ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਪਹਿਲੜੀ ਲਾਵ, ਪਰ ਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ, ਧਰਮ ਦ੍ਰਿੜ ਹੋ ਪਾਪ ਤਜਾਇਆ। ਬਲ ਰਾਮ ਜੀਓ ਹਰ ਪਹਿਲੜੀ ਲਾਵ, ਪਰ ਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ, ਧਰਮ ਦ੍ਰਿੜ ਹੋ ਪਾਪ ਤਜਾਇਆ। ਬਲ ਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਧਿਆਵਹੋ। ਸਿਮਰਿਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧਹੁ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰਿ ਹਰਿ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਪਹਿਲੇ ਭਾਗ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਪਾਵਨ ਬਾਣੀ, ਲਾਵਾਂ ਦੀ ਬਾਣੀ, ਜਿਸ ਦੀ ਆਪਾਂ ਉਥਾਨਕਾ ਸਰਵਣ ਕੀਤੀ ਸੀ ਅਤੇ ਮਹਾਤਮ ਸਰਵਣ ਕੀਤਾ ਸੀ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਲੋਕ ਅਤੇ ਪਰਲੋਕ ਸਵਾਰਨ ਵਾਸਤੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਨੂੰ ਪ੍ਰਗਟ ਕੀਤਾ ਹੈ, ਉਚਾਰਨ ਕਰਕੇ ਜੀਵਾਂ ਦੀ ਕਲਿਆਣ ਵਾਸਤੇ ਇਹ ਮਹਾਨ ਪਰ ਉਪਕਾਰ ਕੀਤਾ ਹੈ। ਇਹ ਜੋ ਬਾਣੀ ਹੈ, ਇਹ ਵਿਆਹ ਦੇ ਨਾਲ ਸੰਬੰਧਿਤ ਹੈ। ਗੁਰਮਤ ਦੇ ਵਿੱਚ 3 ਵਿਆਹ ਮੰਨੇ ਗਏ ਹਨ। ਇੱਕ ਵਿਆਹ ਹੈ 2 ਸਰੀਰਾਂ ਦਾ ਆਪਸ ਵਿੱਚ ਮਿਲਣਾ, ਲੜਕੇ ਲੜਕੀ ਦਾ ਮਿਲਣਾ, ਜਿਹਨੂੰ ਆਨੰਦ ਕਾਰਜ ਆਖਦੇ ਹਨ। ਦੂਸਰਾ ਵਿਆਹ ਹੈ ਆਤਮਾ ਦਾ ਪਰਮਾਤਮਾ ਦੇ ਨਾਲ। ਤੇ ਤੀਸਰਾ ਜੋ ਵਿਆਹ ਮੰਨਿਆ ਹੈ ਉਹ ਹੈ ਜਿੰਦ ਵਹੁਟੀ ਮਰਨ ਵਰ, ਭਾਵ ਕਿ ਮੌਤ ਦਾ। ਜਦੋਂ ਜਿੰਦ ਨੂੰ
ਮੌਤ ਵਿਆਹ ਕੇ ਖੜਦੀ ਹੈ ਜੀਵ ਆਤਮਾ ਨੂੰ। ਇਹ 3 ਵਿਆਹ ਮੰਨੇ ਗਏ ਹਨ। ਅੱਜ ਜੋ ਅਸੀਂ ਵਿਆਹ ਦੀ ਗੱਲ ਕੀਤੀ ਹੈ, ਇਹ ਗੁਰਬਾਣੀ ਦੇ ਵਿੱਚ ਲਾਵਾਂ ਪਾਠ ਜੋ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ, ਇਹ 2 ਸਰੀਰਾਂ ਦੀ ਗੱਲ ਹੈ ਅਤੇ ਨਾਲ ਆਤਮਾ ਅਤੇ ਪਰਮਾਤਮਾ ਦੇ ਵਿਆਹ ਦੀ ਗੱਲ ਹੈ। ਜੋ ਪਹਿਲੇ 2 ਵਿਆਹਾਂ ਦਾ ਜ਼ਿਕਰ ਕੀਤਾ ਹੈ, ਇਸ ਬਾਣੀ ਵਿੱਚ ਉਹਨਾਂ ਦੋਵਾਂ ਦੇ ਭਲੇ ਵਾਸਤੇ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਉਹ ਆਪਾਂ ਪਹਿਲੇ ਭਾਗ ਦੇ ਵਿੱਚ ਵੀ ਸਰਵਣ ਕੀਤਾ ਸੀ। ਸਾਰੇ ਧਰਮਾਂ ਦੇ ਵਿੱਚ ਵੱਖੋ ਵੱਖ ਰੀਤੀ ਰਿਵਾਜ ਹਨ। ਕੋਈ ਕਿਸੇ ਤਰ੍ਹਾਂ ਮੰਨਦਾ ਹੈ, ਕੋਈ ਕਿਸੇ ਤਰ੍ਹਾਂ ਮੰਨਦਾ ਹੈ ਅਤੇ ਕਈ ਇੱਥੋਂ ਤੱਕ ਕਹਿੰਦੇ ਹਨ ਕਿ ਜੇ ਤੁਸੀਂ ਰੱਬ ਨੂੰ ਮਿਲਣਾ ਹੈ ਤਾਂ ਫਿਰ ਗ੍ਰਸਤ ਨੂੰ ਤਿਆਗਣਾ ਪਵੇਗਾ, ਵਿਆਹ ਨਾ ਕਰਾਵੋ। ਸਿੱਧੇ ਸ਼ਬਦਾਂ ਵਿੱਚ ਇਹ ਇੱਕ ਰੁਕਾਵਟ ਮੰਨਦੇ ਹਨ। ਜਿਵੇਂ ਸਨਾਤਨ ਹਿੰਦੂ ਧਰਮ ਦੇ ਵਿੱਚ ਉਹਨਾਂ ਨੇ ਆਖਿਆ ਜੇ 100 ਸਾਲ ਬੰਦੇ ਦੀ ਉਮਰ ਹੋਵੇ ਤਾਂ 25-25 ਸਾਲ 4 ਹਿੱਸਿਆਂ ਵਿੱਚ ਵੰਡ ਕੇ 4 ਆਸ਼ਰਮ ਬਣਾਏ ਹਨ ਉਹਨਾਂ ਨੇ। 25 ਸਾਲ ਕਹਿੰਦੇ ਨੇ ਬ੍ਰਹਮਚਾਰੀ ਰਵੇ, ਵਿਆਹ ਨਾ ਕਰਾਵੇ। 25 ਸਾਲ ਗ੍ਰਸਤ ਆਸ਼ਰਮ ਦੇ ਵਿੱਚ ਰਵੇ, ਵਿਆਹ ਕਰਾਵੇ, ਗ੍ਰਸਤੀ ਬਣ ਜਾਵੇ। ਜਦੋਂ 50 ਸਾਲ ਹੋ ਜਾਣ ਪੂਰੇ ਤੇ ਫਿਰ ਬਾਨਪ੍ਰਸਤ ਹੋ ਜਾਵੇ, ਭਾਵ ਜੰਗਲਾਂ ਨੂੰ ਚਲਾ ਜਾਵੇ। ਅਤੇ ਜਿਹੜੇ 75 ਸਾਲ ਤੋਂ ਬਾਅਦ ਦਾ ਸਮਾਂ ਹੈ, 25 ਸਾਲ 100 ਸਾਲ ਹੋਣ ਲੱਗਿਆ, ਉਹਦੇ 'ਚ ਦੱਸਦੇ ਨੇ ਵੀ ਸੰਨਿਆਸ ਲੈ ਲੈਣਾ ਚਾਹੀਦਾ ਹੈ ਸਮਾਜ ਦੇ ਵਿੱਚੋਂ, ਘਰ-ਬਾਰ ਛੱਡ ਦੇਣਾ ਚਾਹੀਦਾ ਹੈ, ਸਾਰਾ ਕੁਝ ਤਿਆਗ ਕੇ ਸੰਨਿਆਸੀ ਹੋ ਜਾਣਾ ਹੈ। ਤਾਂ ਇਹੀ ਗੱਲ ਹੀ ਜੋਗੀਆਂ ਨੇ ਆਖੀ। ਜੋਗ ਨਾਮ ਹੈ ਪਰਮੇਸ਼ਰ ਨੂੰ ਮਿਲਣ ਦਾ। ਵਾਹਿਗੁਰੂ ਤੱਕ ਮਿਲਣ ਦਾ ਜਿਹੜਾ ਅੱਖਰ ਹੈ ਉਹਨੂੰ ਜੋਗ ਆਉਂਦੇ ਹਨ, ਮਿਲਣਾ। ਜੋਗ ਦਾ ਭਾਵ ਜੋਗੀ ਆਪਣੇ ਆਪ ਨੂੰ ਮਿਲਿਆ ਹੋਇਆ ਦੱਸਦੇ ਨੇ ਵੀ ਅਸੀਂ ਜੁੜੇ ਹੋਏ ਹਾਂ। ਅਤੇ ਉਹਨਾਂ ਨੇ ਵੀ ਇਹ ਗੱਲ ਆਖੀ, ਭੰਗਵੇਂ ਕੱਪੜੇ ਪਾ ਲਓ, ਮੈਲੇ ਕੱਪੜੇ ਪਾ ਲਓ, ਉਦਾਸੀ ਦੀ ਰੀਤ ਚਲਾ ਲਓ ਅਤੇ ਉਦਾਸੀ ਬਣ ਜਾਓ ਅਤੇ ਘਰ-ਬਾਰ ਛੱਡ ਕੇ ਫਿਰ ਤੁਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਹੋ। ਇਹ ਜੋ ਗ੍ਰਸਤ ਹੈ, ਸੰਸਾਰ ਦੀਆਂ ਜ਼ਿੰਮੇਵਾਰੀਆਂ ਹਨ, ਇਹ ਬੰਧਨ ਹਨ। ਇਹ ਉਹਨਾਂ ਨੇ ਇਹ ਗੱਲ ਆਖੀ ਹੈ। ਪਰ ਬਲ ਜਾਈਏ ਐਸੇ ਗੁਰੂ ਤੋਂ, ਐਸੇ ਗੁਰ ਕਉ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਸਦਕੇ ਜਾਈਏ ਐਸੇ ਗੁਰੂ ਤੋਂ ਜਿਹਨੇ ਸਹੀ ਰਸਤਾ ਦੱਸਿਆ ਹੈ ਜੀਵਨ ਜਿਉਣ ਦਾ। ਗੁਰੂ ਸਾਹਿਬ ਨੇ ਆਖਿਆ ਵੀ ਤੁਹਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕੈ ਉਪਦੇਸ। ਘਰ ਵਿੱਚ ਰਹਿ ਕੇ ਹੀ ਪ੍ਰਾਪਤੀ ਹੋ ਸਕਦੀ ਹੈ। ਇਹ ਗ੍ਰਸਤ ਮਾੜਾ ਨਹੀਂ। ਗੁਰੂ ਪੂਰਾ ਮਿਲ ਜਾਵੇ ਤਾਂ ਘਰ ਦੇ ਵਿੱਚ ਬੈਠਿਆਂ, ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਡਦਿਆਂ ਵੀ ਮੁਕਤ ਹੋ ਸਕਦੇ ਹਾਂ। ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੈ ਜੁਗਤ, ਹਸੰਦਿਆਂ, ਖੇਲੰਦਿਆਂ, ਪੈ ਨੰਦਿਆ, ਖਾਵੰਦਿਆ, ਵਿੱਚੇ ਹੋਵੈ ਮੁਕਤ। ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ, ਇਹ ਗੁਰੂ ਸਾਹਿਬ ਦਾ ਮਾਰਗ ਹੈ। ਮਹਾਰਾਜ ਨੇ ਆਪ ਵੀ ਗ੍ਰਸਤ ਮਾਰਗ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰਕ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਾਨੂੰ ਇੱਕ ਜਿਉਣ ਦਾ ਢੰਗ ਦੱਸਿਆ ਹੈ ਕਿ ਕਿਵੇਂ ਜ਼ਿੰਦਗੀ ਜਿਉਣੀ ਹੈ, ਅਤੇ ਕਿਰਤ ਕਰਦਿਆਂ ਹੋਇਆਂ, ਵਿਵਹਾਰ ਕਰਦਿਆਂ ਹੋਇਆਂ ਉਸ ਪਰਮਾਤਮਾ ਵਿੱਚ ਚਿੱਤ ਕਿਵੇਂ ਜੋੜਨਾ ਹੈ। ਬਾਣੀ ਦੇ ਵੇਦ ਵਿਆਸ, ਮਹਾਨ ਮਹਾਂਪੁਰਖ, ਬਾਣੀ ਦੇ ਰਸੀਏ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਦੋਂ ਉਹਨਾਂ ਨੂੰ ਪੜ੍ਹੀਦਾ ਹੈ ਤਾਂ ਬਾ ਕਮਾਲ ਉਹਨਾਂ ਨੇ ਦਲੀਲ ਦਿੱਤੀ ਹੈ। ਜਿਹੜੇ 4 ਆਸ਼ਰਮ ਲੋਕਾਂ ਬਣਾਏ ਹਨ, ਵਰਨ ਬਣਾਏ ਹਨ, ਜਦੋਂ ਭਾਈ ਸਾਹਿਬ ਨੂੰ ਪੁੱਛੀਏ ਵੀ ਤੁਹਾਡੇ ਹਿਸਾਬ ਨਾਲ ਕਿਹੜਾ ਸਹੀ ਹੈ, ਤਾਂ ਭਾਈ ਸਾਹਿਬ ਦੀ ਰਚਨਾ ਦੇ ਵਿੱਚ ਉਹਨਾਂ ਨੇ ਬੜੀ ਸੋਹਣੀਆਂ ਦਲੀਲਾਂ ਦਿੱਤੀਆਂ ਹਨ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਵੱਡਾ ਧਰਮ ਹੈ ਗ੍ਰਸਤ ਧਰਮ। ਗ੍ਰਸਤ ਵਿੱਚ ਰਹਿ ਕੇ ਹੀ ਪਰਮਾਤਮਾ ਮਿਲ ਸਕਦਾ ਹੈ। ਉਹ ਕਹਿੰਦੇ ਹਨ ਗ੍ਰਸਤ ਧਰਮ ਇੰਨਾ ਮਹਾਨ ਹੈ, ਇਸ ਤਰ੍ਹਾਂ ਮਹਾਨ ਹੈ, ਉਹਨਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ ਵੀ ਜਿਵੇਂ ਸਰੋਵਰਾਂ ਦੇ ਵਿੱਚੋਂ ਅਤੇ ਨਦੀਆਂ ਦੇ ਵਿੱਚੋਂ ਸਮੁੰਦਰ ਵੱਡਾ ਹੈ,
ਜਿਵੇਂ ਰੁੱਖਾਂ ਦੇ ਵਿੱਚੋਂ ਚੰਦਨ ਨੂੰ ਬੜਾ ਉੱਤਮ ਮੰਨਿਆ ਜਾਂਦਾ ਹੈ। ਉਦਾਹਰਨਾਂ ਦਿੰਦਿਆਂ ਹੋਇਆਂ ਅੱਗੇ ਦੱਸਦੇ ਨੇ ਕਿ ਧਾਤਾਂ ਦੇ ਵਿੱਚੋਂ ਸੋਨਾ ਬੜਾ ਕੀਮਤੀ ਹੈ। ਪੰਛੀਆਂ ਦੇ ਵਿੱਚੋਂ ਹੰਸ ਨੂੰ ਬੜਾ ਸ਼੍ਰੋਮਣੀ ਮੰਨਦੇ ਹਨ। ਜਾਨਵਰਾਂ ਦੇ ਵਿੱਚੋਂ ਸਾਰਦੂਲ ਸ਼ੇਰ, ਸ਼ੇਰਾਂ ਦੇ ਵਿੱਚੋਂ ਵੀ ਸ਼ੇਰਾਂ ਦੀਆਂ 3 ਜਾਤੀਆਂ ਹਨ, ਉਹਨਾਂ ਵਿੱਚੋਂ ਸਾਰਦੂਲ ਸ਼ੇਰ ਮਹਾਨ ਹੈ। ਇਸੇ ਤਰ੍ਹਾਂ ਰਾਗਾਂ ਦੇ ਵਿੱਚੋਂ ਸ੍ਰੀ ਰਾਗ, ਜੇ ਤੁਸੀਂ ਪੱਥਰਾਂ ਦੇ ਵਿੱਚੋਂ ਪੁੱਛਦੇ ਹੋ ਤਾਂ ਪਾਸ ਸਭ ਨਾਲੋਂ ਸਰਬੋਤਮ ਹੈ। ਇਸੇ ਤਰ੍ਹਾਂ ਗਿਆਨ ਦੇ ਵਿੱਚੋਂ ਗੁਰੂ ਦਾ ਗਿਆਨ ਅਤੇ ਧਿਆਨ ਦੇ ਵਿੱਚੋਂ ਗੁਰੂ ਦਾ ਧਿਆਨ ਸਾਰਿਆਂ ਨਾਲੋਂ ਉੱਤੇ ਹੈ। ਇਸੇ ਤਰ੍ਹਾਂ ਕਹਿੰਦੇ ਵੀ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਸਤ ਜਿਹੜਾ ਹੈ ਇਹ ਪ੍ਰਧਾਨ ਹੈ, ਸ਼੍ਰੋਮਣੀ ਹੈ। ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਲਿਖਦੇ ਨੇ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ। ਤਰਵਰ ਬਿਖੈ ਜੈਸੇ ਚੰਦਨ ਬ੍ਰਿਖ ਬੜੋ, ਧਾਤ ਮੈਂ ਕਨਕ ਅਤ ਊਤਮ ਕੈ ਮਾਨ ਹੈ। ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਬਖਾਨ ਹੈ। ਗਿਆਨਨ ਮੈਂ ਗਿਆਨ ਅਰ, ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਕਹਿੰਦੇ ਗ੍ਰਸਤ ਬੜਾ ਮਹਾਨ ਹੈ, ਪ੍ਰਧਾਨ ਹੈ। ਜੋਗੀਆਂ ਨੇ ਵੀ ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਖਿਆ ਵੀ ਤੁਸੀਂ ਇਹ ਕਿਹੜੀ ਰੀਤ ਚਲਾਈ ਹੈ ਗ੍ਰਸਤੀਆਂ ਵਾਲੀ, ਗ੍ਰਸਤ 'ਚ ਰਹਿ ਕੇ ਕਿਵੇਂ ਤੁਸੀਂ ਬਾਣੀ ਪੜ੍ਹ ਸਕਦੇ ਹੋ, ਕਿਵੇਂ ਪ੍ਰਮਾਤਮਾ ਨੂੰ ਮਿਲ ਸਕਦੇ ਜੇ। ਉਹਨਾਂ ਸਵਾਲ ਕੀਤਾ ਅਤੇ ਇਸ ਚੀਜ਼ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਨੇ ਜੋਗੀਆਂ ਨੂੰ ਜਿਹੜਾ ਉਪਦੇਸ਼ ਦਿੱਤਾ, ਭਾਈ ਗੁਰਦਾਸ ਜੀ ਨੇ ਬੜੇ ਬਾਖੂਬੀ ਤਰੀਕੇ ਨਾਲ ਪੇਸ਼ ਕੀਤਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਜੋਗੀਆਂ ਨੂੰ ਕਿਹਾ, ਹੋਏ ਅਤੀਤ ਗ੍ਰਸਤ ਤਜ, ਉਨਹੋਂ ਕੇ ਘਰ ਮੰਗਣ ਜਾਈ। ਮਹਾਰਾਜ ਕਹਿਣ ਲੱਗੇ, ਉਹ ਜੋਗੀਓ, ਗ੍ਰਸਤੀਆਂ ਨੂੰ ਮਾੜਾ ਦੱਸਦੇ ਹੋ ਅਤੇ ਜਦੋਂ ਭੁੱਖ ਲੱਗਦੀ ਅਤੇ ਫਿਰ ਮੰਗਣ ਵੀ ਉਹਨਾਂ ਦੇ ਘਰੇ ਜਾਂਦੇ ਹੋ, ਮਾੜੇ ਕਿਵੇਂ ਹੋ ਗਏ ਫਿਰ ਉਹ। ਇਸ ਤਰ੍ਹਾਂ ਸਾਧ ਸੰਗਤ, ਇਸ ਤਰ੍ਹਾਂ ਮਹਾਰਾਜ ਨੇ ਇਹ ਪਖੰਡ ਦਾ ਪਰਦਾਫਾਸ਼ ਕੀਤਾ ਹੈ ਵੀ ਹਾਂ, ਜੇ ਕੋਈ ਨਹੀਂ ਵਿਆਹ ਕਰਾਉਣਾ ਚਾਹੁੰਦਾ ਗੱਲ ਵੱਖਰੀ ਹੈ, ਪਰ ਗ੍ਰਸਤ ਮਾੜਾ ਨਹੀਂ। ਗ੍ਰਸਤ ਪ੍ਰਧਾਨ ਹੈ, ਇਹ ਸ਼੍ਰੋਮਣੀ ਹੈ। ਇਹਦੇ ਵਿੱਚ ਕਿਰਤ ਕਰਕੇ ਗ੍ਰਸਤੀ ਆਪ ਖਾਂਦਾ ਅਤੇ ਦੂਸਰਿਆਂ ਨੂੰ ਢਿੱਡ ਭਰਦਾ, ਇਹ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ। ਇਸ ਕਰਕੇ ਗ੍ਰਸਤੀ ਬੜਾ ਚੰਗਾ ਹੈ। ਸੋ ਆਓ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਲਾਵਾਂ ਦੇ ਪਾਠ ਦੀ ਕਥਾ ਆਰੰਭ ਕਰੀਏ। ਗੁਰੂ ਸਾਹਿਬ ਨੇ ਕਿਵੇਂ ਸਾਨੂੰ ਦੱਸਿਆ ਹੈ ਗ੍ਰਸਤ ਵਿੱਚ ਰਹਿ ਕੇ ਉਸ ਪ੍ਰਮਾਤਮਾ ਤੱਕ ਪਹੁੰਚਣਾ ਹੈ, ਕਿਵੇਂ ਸਫਲਿਆ ਹੋਣਾ ਹੈ। ਇਹ ਲਾਵਾਂ ਦੀ ਬਾਣੀ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਇੱਕ ਨਵੀਂ ਵਿਆਹੀ ਜੋੜੀ, ਦੋ ਸਰੀਰ ਜਦੋਂ ਇੱਕ ਹੁੰਦੇ ਹਨ, ਭਾਵ ਕਿ ਲੜਕੇ ਅਤੇ ਲੜਕੀ ਦਾ ਆਨੰਦ ਕਾਰਜ ਹੁੰਦਾ ਹੈ, ਉਹਨਾਂ ਨੇ ਕਿਵੇਂ ਜ਼ਿੰਦਗੀ ਵਿੱਚ ਸਫਲ ਜ਼ਿੰਦਗੀ ਜਿਉਣੀ ਹੈ ਅਤੇ ਆਤਮਾ ਨੂੰ ਪਰਮਾਤਮਾ ਤੱਕ ਸਿੱਖ ਨੇ ਕਿਵੇਂ ਮਿਲਾਉਣਾ ਹੈ। ਇਹ ਉਪਦੇਸ਼, ਪਾਵਨ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਦੀ ਬਾਣੀ ਵਿੱਚ ਦੱਸਿਆ ਹੈ। ਆਓ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ, ਪਰਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ, ਬਾਣੀ ਬ੍ਰਹਮਾ ਵੇਦ, ਧਰਮ ਦ੍ਰਿੜ ਹੋ, ਪਾਪ ਤਜਾਇਆ। ਬਲ ਰਾਮ ਜੀਓ, ਹਰ ਪਹਿਲੜੀ ਲਾਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਰਾਗ ਦਾ ਨਾਮ ਹੈ। ਮਹੱਲਾ ਚੌਥਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਥੇ ਸਰੂਪ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪਹਿਲੀ ਪੰਕਤੀ ਹੈ, ਹਰ ਪਹਿਲੜੀ ਲਾਭ, ਪਰਵਿਰਤੀ ਕਰਮ ਦ੍ਰਿੜਾਇਆ। ਬਲ ਰਾਮ ਜੀਓ। ਹਰ ਦਾ ਅਰਥ ਹੈ ਵਾਹਿਗੁਰੂ। ਪਹਿਲੜੀ ਦਾ ਭਾਵ ਹੈ ਪਹਿਲੀ, ਅਤੇ ਲਾਭ, ਲਾਭ ਤੁਸੀਂ ਜਾਣਦੇ ਹੋ। ਲਾਭ ਸ਼ਬਦ ਜੋ ਹੈ ਇਹ ਵੱਖੋ ਵੱਖ ਅਰਥ ਕੀਤੇ ਹਨ, ਕਈ ਅਰਥ ਹਨ ਇਸ ਅੱਖਰ ਦੇ।
ਆਮ ਭਾਸ਼ਾ ਦੇ ਵਿੱਚ ਅਸੀਂ ਆਉਂਦੇ ਹਾਂ ਕਿ ਜਦੋਂ ਵਿਆਹ ਹੁੰਦਾ ਹੈ ਤੇ ਵਿਆਹ ਦੇ ਸਮੇਂ ਪ੍ਰਕਰਮਾਂ ਕਰਨੀਆਂ, ਉਹਦਾ ਨਾਮ ਲਾਭ ਹੈ। ਇੱਕ ਇਹਦਾ ਅਰਥ ਇਹ ਹੈ, ਤੇ ਕਈਆਂ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਹਨ ਜੁੜਨ ਦੀ ਕਿਰਿਆ, ਭਾਵ ਕਿ ਜੁੜਨਾ। ਆਤਮਾ ਤੇ ਪਰਮਾਤਮਾ ਨਾਲ ਜੁੜਨ ਦੀ ਕਿਰਿਆ ਨੂੰ ਵੀ ਲਾਭ ਆਉਂਦੇ ਹਨ। ਤੇ ਲਾਭ ਕੱਪੜੇ ਸੁਕਾਉਣ ਵਾਲੀ ਵੀ ਹੁੰਦੀ ਹੈ। ਆਮ ਇੱਥੇ ਪੰਜਾਬ ਦੇ ਵਿੱਚ ਲਾਭ ਭਾਵ ਕਿ ਤਾਰ ਬੰਨ੍ਹ ਲੈਣੀ ਕੱਪੜੇ ਸੁਕਾਉਣ ਵਾਸਤੇ, ਤੇ ਉਹਨੂੰ ਲਾਭ ਕਹਿੰਦੇ ਨੇ ਪੰਜਾਬੀ ਵਿੱਚ। ਇਸੇ ਤਰ੍ਹਾਂ ਹਰਨ ਕਰਨਾ ਭਾਵ ਕਿ ਤੋੜਨਾ, ਕਿਸੇ ਚੀਜ਼ ਨੂੰ ਤੋੜਨਾ ਟੁੱਟਣਾ, ਉਹ ਵੀ ਲਾਭ ਅਖਵਾਉਂਦਾ ਹੈ। ਪਰ ਇੱਥੇ ਜੋ ਅਰਥ ਹਨ, ਇੱਕ ਤਾਂ ਅਰਥ ਹਨ ਪ੍ਰਕਰਮਾਂ ਕਰਨੀਆਂ, ਫੇਰੇ ਲੈਣੇ, ਤੇ ਲਾਭ ਹੈ ਕੱਪੜੇ ਸੁਕਾਉਣ ਵਾਲੀ। ਇਹ ਲਾਭ ਜਿਹੜੀ ਹੈ ਦੋਵੇਂ ਪਾਸਿਓਂ ਬੱਝੀ ਹੋਵੇ ਤਾਂ ਫਿਰ ਕੰਮ ਦਿੰਦੀ ਹੈ। ਦੋਵੇਂ ਸਿਰੇ ਬੱਝੇ ਹੋਣ ਕੰਧਾਂ ਦੇ ਨਾਲ, ਫਿਰ ਸੁਕਾਉਣ ਦੇ ਲਈ ਕੱਪੜੇ ਪਾਏ ਜਾ ਸਕਦੇ ਹਨ। ਪਰ ਜੇ ਇੱਕ ਸਿਰਾ ਨਹੀਂ ਬੱਝਾ ਹੈ, ਦੂਸਰਾ ਬੱਝਾ ਹੋਇਆ ਹੈ, ਤਾਂ ਲਾਭ ਕੰਮ ਨਹੀਂ ਦੇਵੇਗੀ। ਕਹਿਣ ਦਾ ਭਾਵ ਕਿ ਜੇ ਜ਼ਿੰਦਗੀ ਦੇ ਵਿੱਚ ਜੇ ਪਤੀ ਪਤਨੀ ਨੇ ਸਫਲ ਜੀਵਨ ਜਿਉਣਾ ਹੈ ਤਾਂ ਦੋਵੇਂ ਪੱਖ ਹੋਣੇ ਜ਼ਰੂਰੀ ਹਨ, ਦੋਵੇਂ ਇੱਕੋ ਜਿਹੀ ਸੋਚ ਰੱਖਣ। ਏਕ ਜੋਤ ਦੁਇ ਮੂਰਤੀ ਧਨ ਪਿਰ ਕਹੀਐ ਸੋਏ। ਦੋਵਾਂ ਦੀ ਸੋਚ, ਦੋਵਾਂ ਦੀ ਵਿਚਾਰ, ਦੋਵੇਂ ਬੱਝੇ ਹੋਣ ਇੱਕ ਵਿਚਾਰ ਦੇ ਨਾਲ, ਫਿਰ ਜ਼ਿੰਦਗੀ ਦੇ ਵਿੱਚ ਸਫਲਤਾ ਹੈ। ਇੱਥੋਂ ਇਹ ਪ੍ਰਮਾਣ ਲੈਣਾ ਹੈ। ਸੋ ਪਹਿਲੜੀ ਲਾਭ, ਇਹਦਾ ਉਚਾਰਨ ਪਹਿਲੜੀ ਕਰਨਾ ਹੈ। ਕਈ ਪਹਿਲੜੀ ਕਹਿੰਦੇ ਹਨ, ਪੱਪੇ ਦੇ ਦਲਾਵਾਂ ਲਾ ਦਿੰਦੇ ਨੇ। ਸੋ ਇਸ ਤਰ੍ਹਾਂ ਇਹਦਾ ਉਚਾਰਨ ਵੀ ਸੁੱਧ ਰੱਖਣਾ ਹੈ। ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਪ੍ਰਵਿਰਤੀ ਕਰਮ ਕੀ ਹੈ? ਪ੍ਰਵਿਰਤੀ ਦਾ ਅਰਥ ਹੈ ਪ੍ਰਵੇਸ਼ ਕਰਨਾ, ਭਾਵ ਕਿ ਖਚਿਤ ਹੋਣਾ, ਕਿਸੇ ਚੀਜ਼ ਦੇ ਵਿੱਚ ਮਸਤ ਹੋ ਜਾਣਾ, ਕਿਸੇ ਵਿੱਚ ਘੁਲ ਮਿਲ ਜਾਣਾ। ਜਿਵੇਂ ਸੰਸਾਰ ਦੇ ਕੰਮਾਂ 'ਚ ਪ੍ਰਵਿਰਤ ਹੋਣਾ, ਮੁੱਖ ਕੰਮ ਇਹੋ ਹੀ ਹੈ, ਦੇ ਅਰਥ ਹਨ ਪ੍ਰਵਿਰਤ ਹੋਣਾ। ਤੇ ਰੂਹਾਨੀਅਤ ਵਿੱਚ ਪ੍ਰਵਿਰਤ ਹੋਣਾ, ਪ੍ਰਵੇਸ਼ ਕਰਨਾ। ਨਿਸ਼ਕਾਮ ਕਰਮਾਂ ਵਿੱਚ ਪ੍ਰਵੇਸ਼ ਹੋਣਾ। ਇਹ 2-3 ਮੁੱਖ ਅਰਥ ਜਿਹੜੇ ਹਨ ਵਿਦਵਾਨ ਕਰਦੇ ਹਨ। ਹੁਣ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ ਕਿ ਭਾਈ ਤੁਸੀਂ ਇਸ ਵਿਆਹ ਦੇ ਬੰਧਨ ਵਿੱਚ ਬੱਝੇ ਹੋ, ਤਾਂ ਤੁਸੀਂ ਪ੍ਰਵੇਸ਼ ਕਰਨ ਜਾ ਰਹੇ ਹੋ ਗ੍ਰਸਥ ਧਰਮ ਦੇ ਵਿੱਚ। ਤੇ ਪ੍ਰਵੇਸ਼ ਕਰਨ ਲੱਗਿਆਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ? ਆਤਮਾ ਨੂੰ ਪਰਮਾਤਮਾ ਤੱਕ ਮਿਲਾਉਣ ਵਾਸਤੇ ਜੋ ਤੁਸੀਂ ਪ੍ਰਵਿਰਤ ਕਰਮ ਕਰਨੇ ਹਨ, ਉਹ ਕਿਹੜੇ ਹੋਣੇ ਚਾਹੀਦੇ ਹਨ, ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕਰਨਾ ਹੈ। ਪਹਿਲੇ ਨੰਬਰ ਦੇ ਉੱਤੇ ਗੁਰੂ ਸਾਹਿਬ ਦੱਸਦੇ ਨੇ ਵੀ ਗੁਰੂ ਨੇ ਪਹਿਲੜੀ ਲਾਭ ਦੇ ਵਿੱਚ ਪਹਿਲੀ ਸਿੱਖਿਆ ਇਹ ਦਿੱਤੀ ਹੈ ਕਿ ਪ੍ਰਵਿਰਤੀ ਕਰਮ ਦ੍ਰਿੜਾਏ ਹਨ। ਪਹਿਲਾਂ ਗੁਰੂ ਸਾਹਿਬ ਨੇ ਸਿੱਖ ਨੂੰ ਪ੍ਰਵਿਰਤੀ ਕਰਮ ਦ੍ਰਿੜਾਉਣਾ ਹੈ। ਹੁਣ ਪ੍ਰਵਿਰਤੀ ਕਰਮ ਕੀ ਹੈ ਸਾਧ ਸੰਗਤ? ਪ੍ਰਵਿਰਤੀ ਕਰਮ ਹੈ ਸੰਸਾਰ ਵਿੱਚ ਖਚਿਤ ਹੋ ਜਾਣਾ, ਇੱਕਦਮ ਸੰਸਾਰ ਦੇ ਕੰਮਾਂ ਵਿੱਚ ਲੱਗ ਜਾਣਾ। ਵੈਸੇ ਤਾਂ ਜਨਮ ਤੋਂ ਹੀ ਅਸੀਂ ਪ੍ਰਵਿਰਤ ਹਾਂ, ਅਸੀਂ ਫਸੇ ਹੋਏ ਹਾਂ ਮੋਹ ਮਾਇਆ ਦੇ ਵਿੱਚ। ਪਰ ਇਹ ਜੋ ਪ੍ਰਵਿਰਤ ਹੈ, ਇਹ ਗੁਰਮਤਿ ਦੇ ਅਨੁਸਾਰ ਹੋਰ ਤਰੀਕੇ ਨਾਲ ਹੈ। ਇਹਦੇ ਵਿੱਚ ਪਰਮਾਤਮਾ ਦੀ ਯਾਦ ਵੀ ਰਹਿਣੀ ਹੈ। ਪ੍ਰਵਿਰਤ ਦੇ ਵਿੱਚ ਨਿਰਵਿਰਤ ਹੋਣਾ ਹੈ। ਹੁਣ ਨਿਰਵਿਰਤ ਸ਼ਬਦ ਕੀ ਹੈ? ਨਿਰਵਿਰਤ ਹੈ ਬਾਹਰ ਨਿਕਲਣਾ। ਨਿਰਵਿਰਤ ਦਾ ਅਰਥ ਹੈ ਛੱਡਣਾ। ਸਭ ਕੁਝ ਵਿੱਚ ਹੁੰਦਿਆਂ ਹੋਇਆਂ ਵੀ ਨਿਰਵਿਰਤ ਰਹਿਣਾ, ਮਾਇਆ ਵਿੱਚ ਰਹਿਣਾ ਵੀ, ਤੇ ਮਾਇਆ ਤੋਂ ਨਿਰਲੇਪ ਵੀ ਰਹਿਣਾ। ਜਿਵੇਂ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਲਿਖਿਆ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵਿੱਚ ਰਹਿੰਦਾ ਹੋਇਆ ਵੀ ਉਦਾਸ ਹੈ, ਨਿਰਲੇਪ ਹੈ। ਇਹ ਹੈ ਪ੍ਰਵਿਰਤ ਵਿੱਚ ਨਿਰਵਿਰਤ ਹੋਣਾ। ਜਿਵੇਂ ਉਦਾਹਰਨਾਂ ਗੁਰਬਾਣੀ 'ਚ ਬਹੁਤ ਆਈਆਂ ਨੇ, ਗੁਰੂ ਸਾਹਿਬ ਨੇ ਕਈ ਉਦਾਹਰਨਾਂ ਦਿੱਤੀਆਂ ਹਨ। ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣੈ। ਜਿਹੜਾ ਗੁਰੂ ਦਾ ਸਿੱਖ ਹੈ, ਉਹਨੂੰ ਗੁਰੂ ਕੋਲੋਂ ਇਹ ਜਾਚ ਮਿਲ ਜਾਂਦੀ ਹੈ ਵੀ ਮਾਇਆ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਨਿਰਲੇਪ ਰਹਿਣਾ ਹੈ, ਪ੍ਰਵਿਰਤ ਹੋ ਕੇ ਨਿਰਵਿਰਤ ਹੋਣਾ ਹੈ। ਹੁਣ ਕੋਈ ਸਵਾਲ ਕਰੇ ਵੀ ਪ੍ਰਵਿਰਤ ਕਿਉਂ ਕਰਾਉਂਦੇ ਨੇ ਗੁਰੂ ਸਾਹਿਬ ਸਿੱਖ ਨੂੰ? ਸੰਸਾਰ ਦੇ ਕੰਮ ਤਾਂ ਛੱਡਣੇ ਹਨ। ਗੱਲ ਜੋਗੀਆਂ ਵਾਲੀ ਨਹੀਂ ਕਰਨੀ, ਗੱਲ ਸੰਨਿਆਸੀਆਂ ਵਾਲੀ ਨਹੀਂ ਹੈ। ਜੇ ਸਿੱਖ ਨੇ ਪ੍ਰਵਿਰਤੀ ਕਰਮ ਕਰਨੇ ਹਨ ਤਾਂ ਉਹਦੇ ਸਮਾਜ ਦੀ, ਉਹਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਵਾਸਤੇ।
ਹੁਣ ਕੋਈ ਕੰਮ ਧੰਦਾ ਨਾ ਕਰੇ ਤਾਂ ਰੋਟੀ ਪਾਣੀ ਕਿਵੇਂ ਚੱਲੇ? ਕਿਵੇਂ ਪਰਿਵਾਰ ਦਾ ਗੁਜ਼ਾਰਾ ਚੱਲੇਗਾ? ਇਸ ਕਰਕੇ ਗੁਰੂ ਨੇ ਆਖਿਆ ਹੈ, ਜਿਹੜੀ ਤੈਨੂੰ ਕਿਰਤ ਦਿੱਤੀ ਹੈ, ਧਰਮ ਦੀ ਕਿਰਤ ਕਰਨੀ ਹੈ ਅਤੇ ਪ੍ਰਵਿਰਤ ਹੋ ਕੇ ਪੂਰੀ ਮਨ ਲਾ ਕੇ ਕਰਨੀ ਹੈ। ਅਤੇ ਸਿੱਖ ਦਾ ਸੁਭਾਅ ਹੈ ਪ੍ਰਵਿਰਤ ਹੋ ਕੇ ਆਪ ਵੀ ਛਕਣਾ ਅਤੇ ਦੂਸਰਿਆਂ ਨੂੰ ਵੀ ਛਕਾਉਣਾ। ਇਹਦੇ ਨਾਲ ਸੰਸਾਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਗੱਲ ਤਾਂ ਫਿਰ ਉਹ ਗਈ ਨਾ ਵੀ ਜੇ ਪ੍ਰਵਿਰਤ ਨਾ ਹੋਇਆ ਅਤੇ ਫਿਰ ਮੰਗਣ ਤੁਰਿਆ ਜੋਗੀਆਂ ਦੇ ਵਾਂਗੂ ਘਰ ਘਰ ਦੇ ਵਿੱਚ, ਅਤੇ ਫਰਕ ਕੀ ਹੋ ਗਿਆ ਫਿਰ ਦੋਵਾਂ ਦੇ ਵਿੱਚ? ਇਸ ਕਰਕੇ ਪ੍ਰਵਿਰਤ ਹੋਣਾ ਹੈ ਸਿੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਅਤੇ ਲੋੜਾਂ ਪੂਰੀਆਂ ਕਰਦਿਆਂ ਕਰਦਿਆਂ ਇਹਨਾਂ ਤੋਂ ਨਿਰਲੇਪ ਵੀ ਰਹਿਣਾ ਹੈ, ਵਿੱਚ ਖੁੱਭਣਾ ਨਹੀਂ। ਅਤੇ ਇਸ ਚੀਜ਼ ਦਾ ਨਾਮ ਹੈ ਪ੍ਰਵਿਰਤ ਵਿੱਚ ਨਿਰਵਿਰਤ ਹੋਣਾ। ਕਿਉਂਕਿ ਜੇ ਸਿੱਖ ਪ੍ਰਵਿਰਤ ਹੋਵੇਗਾ ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ, ਉਦਮ ਘਰੇਦਿਆ ਜੀਓ ਤੂੰ, ਕਮਾਵਦਿਆ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ, ਕਮਾ ਕੇ ਸੁਖ ਮਾਣ, ਅਤੇ ਨਾਲ ਪ੍ਰਭੂ ਨੂੰ ਧਿਆ ਅਤੇ ਆਨੰਦ ਮਾਣ। ਇੱਕ ਤਾਂ ਤੇਰੀਆਂ ਸੰਸਾਰ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਅਤੇ ਨਾਲ ਹੀ ਪਰਲੋਕ ਦੇ ਸੁੱਖ ਵੀ ਮਾਣੇਗਾ। ਤਾਂ ਹੀ ਗੁਰੂ ਸਾਹਿਬ ਨੇ ਇਹ ਬਚਨ ਲਿਖੇ ਹਨ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੁ ਪਛਾਣਹਿ ਸੇ। ਕਾਲ ਖਾ ਕੇ ਕਿਰਤ ਕਮਾਈ ਕਰਨੀ ਪ੍ਰਵਿਰਤ ਹੋ ਕੇ, ਅਤੇ ਨਾਲ ਜਿਹੜਾ ਇਹ ਕੰਮ ਕਰੇਗਾ, ਧਰਮ ਦੀ ਕਿਰਤ ਕਰੇਗਾ, ਉਹ ਫਿਰ ਅਸਲੀ ਰਾਹ ਨੂੰ ਪਛਾਣੇਗਾ, ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਨੂੰ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਸੰਸਾਰ ਦੇ ਕੰਮ ਕਰਦਿਆਂ ਹੋਇਆਂ ਪਰਮਾਰਥ ਵੱਲ ਧਿਆਨ ਰੱਖਣਾ, ਇਹ ਹੈ ਪ੍ਰਵਿਰਤੀ ਵਿੱਚ ਨਿਵਰਤ ਹੋਣਾ। ਸੋ ਕਿਵੇਂ ਹੋਣਾ ਹੈ ਪ੍ਰਵਿਰਤੀ ਵਿੱਚ ਨਿਰਵਿਰਤ? ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਹਨ ਮਹਾਰਾਜ ਨੇ। ਇੱਕ ਪੰਕਤੀ ਹੈ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨਹਿ ਸਾਣੈ। ਹੁਣ ਇਹਦੇ ਵਿੱਚ ਕਮਲ ਦੇ ਫੁੱਲ ਦੀ ਅਤੇ ਮੁਰਗਾਈ ਜਿਹੜੀ ਪੰਛੀ ਮੁਰਗਾਬੀ ਪੰਛੀ ਹੈ, ਉਹਦੀ ਗੱਲ ਕੀਤੀ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਹਨ ਪੰਛੀਆਂ ਦੀਆਂ, ਫੁੱਲਾਂ ਦੀਆਂ, ਜਾਨਵਰਾਂ ਦੀਆਂ, ਵੀ ਇਨਸਾਨ ਨੂੰ ਸਮਝਾਇਆ ਜਾ ਸਕੇ ਵੀ ਕਿਵੇਂ ਜ਼ਿੰਦਗੀ ਜਿਉਣੀ ਹੈ। ਕਿਉਂਕਿ ਹਰੇਕ ਚੀਜ਼ ਸਾਨੂੰ ਕੁਝ ਨਾ ਕੁਝ ਦੱਸ ਰਹੀ ਹੈ। ਬੰਦੇ ਦੇ ਅੰਦਰ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ ਵੀ ਮੈਂ ਸਿੱਖਣਾ ਹੈ। ਕਿਸੇ ਕੋਲੋਂ ਵੀ ਸਿੱਖਿਆ ਜਾ ਸਕਦਾ ਹੈ। ਸੋ ਗੁਰੂ ਸਾਹਿਬ ਨੇ ਕਮਲ ਬਾਰੇ ਜਦੋਂ ਦੱਸਿਆ ਹੈ ਵੀ ਕਮਲ ਦੇ ਫੁੱਲ ਦੇ ਵਿੱਚ ਕੀ ਗੁਣ ਹੈ। ਕਮਲ ਦਾ ਫੁੱਲ ਸਾਧ ਸੰਗਤ ਇੱਕ ਤਾਂ ਉਗਦਾ ਹੈ ਚਿੱਕੜ ਦੇ ਵਿੱਚ। ਆਮ ਪਿੰਡਾਂ ਵਿੱਚ ਸਾਡੇ ਛੱਪੜ ਹਨ, ਉੱਥੇ ਇਹ ਫੁੱਲ ਮਿਲਦਾ ਹੈ। ਆਮ ਵੇਖਣ ਪਿੰਡਾਂ ਦੇ ਵਿੱਚ ਵੀ ਹੁੰਦੇ ਸਨ, ਹੁਣ ਬਹੁਤ ਘੱਟ ਗਏ ਨੇ। ਚਿੱਕੜ ਦੇ ਵਿੱਚੋਂ ਪੈਦਾ ਹੋ ਕੇ ਗੰਦੇ ਪਾਣੀ ਵਿੱਚੋਂ ਪੈਦਾ ਹੋਇਆ ਅਤੇ ਫਿਰ ਵੀ ਉੱਚਾ ਹੈ। ਇਹ ਇਹਦੀ ਖੂਬੀ ਹੈ। ਦੂਸਰਾ ਗੁਣ ਇਹਦਾ ਇਹ ਹੈ, ਜਿੰਨਾ ਮਰਜ਼ੀ ਪਾਣੀ ਉੱਤੇ ਸੁੱਟੀ ਜਾਓ, ਪਰ ਆਪਣੀਆਂ ਪੰਖੜੀਆਂ ਜਿਹੜੀਆਂ ਹਨ ਉਹ ਗਿੱਲੀਆਂ ਨਹੀਂ ਹੋਣ ਦਿੰਦਾ, ਉਹ ਸੁੱਕੀਆਂ ਦੀਆਂ ਸੁੱਕੀਆਂ ਰਹਿੰਦੀਆਂ ਹਨ। ਸੋ ਕਮਲ ਦੇ ਫੁੱਲ ਦੇ ਉੱਤੋਂ ਇਹ ਸਿੱਖਿਆ ਲੈਣੀ ਹੈ ਵੀ ਕਮਲ ਦਾ ਫੁੱਲ ਰਹਿੰਦਾ ਹੋਇਆ ਗੰਦਗੀ ਦੇ ਵਿੱਚ ਵੀ ਕਿਵੇਂ ਖਿੜਿਆ ਹੈ ਅਤੇ ਉੱਚਾ ਹੈ, ਨਿਰਲੇਪ ਹੈ। ਇਸ ਤਰ੍ਹਾਂ ਗੁਰਮੁਖ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਕੰਮ ਧੰਦਿਆਂ ਵਿੱਚ ਲੱਗਿਆਂ ਹੋਇਆਂ, ਮੋਹ ਮਾਇਆ ਦੇ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ ਉੱਪਰ ਉੱਠਿਆ ਰਹਿਣਾ ਹੈ, ਬਿਰਤੀ ਨੂੰ ਉੱਚਾ ਰੱਖਣਾ ਹੈ। ਅਤੇ ਦੂਸਰੀ ਉਦਾਹਰਨ ਦਿੱਤੀ ਹੈ ਮੁਰਗਾਬੀ ਦੀ, ਮੁਰਗਾਈ ਨਹਿ ਸਾਣੈ। ਮੁਰਗਾਈ ਜਿਹੜੀ ਹੈ ਉਹਦੇ ਵਿੱਚ ਖੂਬੀ ਇਹ ਹੈ ਕਿ ਉਹ ਪਾਣੀ ਵਿੱਚ ਡੁੱਬੀ ਲਾਵੇ, ਅਤੇ ਜਦੋਂ ਪਾਣੀ 'ਚੋਂ ਬਾਹਰ ਨਿਕਲਦੀ ਹੈ ਅਤੇ ਖੰਭ ਸੁੱਕੇ ਦੇ ਸੁੱਕੇ ਹੁੰਦੇ ਨੇ, ਡੁੱਬਦੀ ਨਹੀਂ। ਇਸੇ ਤਰ੍ਹਾਂ ਇੱਥੋਂ ਉਦਾਹਰਨ ਦਿੱਤੀ ਹੈ ਮਹਾਰਾਜ ਨੇ ਵੀ ਮੁਰਗਾਬੀ ਵਾਂਗੂ ਰਹਿ, ਸੰਸਾਰ 'ਚ ਰਹੋ ਅਤੇ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿ। ਸੋ ਇਹ ਹੈ ਪ੍ਰਵਿਰਤ ਵਿੱਚ ਰਹਿ ਕੇ ਨਿਵਰਤ ਹੋਣਾ। ਜਿਵੇਂ ਰੁੱਖ ਹੈ, ਰੁੱਖ ਨੂੰ ਫਲ ਲੱਗਦਾ ਹੈ, ਫਲ ਉਸ ਰੁੱਖ ਦੇ ਵਿੱਚੋਂ ਹੀ ਪੈਦਾ ਹੋਇਆ ਹੈ। ਉਸ ਰੁੱਖ ਦੇ ਵਿੱਚੋਂ ਹੀ ਉਹਨੇ ਸਭ ਕੁਝ ਖਿੱਚਿਆ ਹੈ, ਪਾਣੀ ਲਿਆ, ਸਭ ਕੁਝ, ਤਾਂ ਪੱਕ ਕੇ ਫਿਰ ਜਦੋਂ ਪੱਕਦਾ ਹੈ ਤਾਂ ਟਹਿਣੀ ਛੱਡ ਦਿੰਦਾ ਹੈ, ਰੁੱਖ ਨੂੰ ਛੱਡ ਦਿੰਦਾ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਦੇ ਉੱਤੇ ਅਸਰ ਨਾ ਪਵੇ, ਇਹੋ ਜਿਹੀ ਸੰਸਾਰ ਵਿੱਚ ਵਿਚਰਨਾ ਹੈ। ਇਹਨੂੰ ਗੁਰੂ ਸਾਹਿਬ ਨੇ ਜੁਗਤ ਦੱਸਿਆ ਹੈ, ਪੂਰੇ ਗੁਰੂ ਕੋਲੋਂ ਹੀ ਮਿਲਦੀ ਹੈ। ਜੇ ਇਸ ਤਰ੍ਹਾਂ ਨਾ ਹੋਇਆ ਤਾਂ ਫਿਰ ਮੱਖੀ ਵਾਲਾ ਹਿਸਾਬ ਹੋਵੇਗਾ।
ਬਾਣੀ ਵਿੱਚ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਕਿ ਗੁੜ ਦੀ ਇੱਕ ਰਿਉੜੀ ਪਈ ਹੋਵੇ ਤਾਂ ਮੱਖੀ ਦਾ ਸੁਭਾਅ ਹੈ ਮਿੱਠੇ ਉੱਤੇ ਆਉਣਾ। ਉੱਡਦੀ ਉੱਡਦੀ ਆ ਮਿੱਠੇ ਉੱਤੇ ਬਹਿੰਦੀ ਹੈ ਗੁੜ ਦੀ ਢੇਲੀ ਉੱਤੇ। ਇੰਨੀ ਮਸਤ ਹੋ ਗਈ, ਗਿੱਲੀ ਰੋੜੀ ਹੈ ਉਹ, ਸੁੱਕੀ ਨਹੀਂ, ਗਿੱਲੀ ਦੀ ਗੱਲ ਕੀਤੀ ਹੈ। ਗਿੱਲੀ ਗਿੱਲੀ ਰੋੜੜੀ ਭਉਦੀ ਭਾਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਇੰਨੀ ਮਸਤ ਹੋ ਗਈ ਮਿੱਠਾ ਖਾਣ ਦੇ ਵਿੱਚ, ਪੈਰ ਉਹਦੇ ਵਿੱਚ ਫਸ ਗਏ ਅਤੇ ਉੱਥੇ ਮਰ ਗਈ। ਆਮ ਹੀ ਮੱਖੀਆਂ ਤੁਸੀਂ ਦੇਖਦੇ ਹੀ ਹੋ ਘਰਾਂ ਦੇ ਵਿੱਚ, ਪੀਣ ਵਾਲੀ ਚੀਜ਼ ਪਈ ਹੋਵੇ, ਦੁੱਧ ਹੈ, ਚਾਹ ਹੈ, ਅਤੇ ਮੱਖੀ ਉੱਡ ਕੇ ਉੱਤੇ ਬਹਿਣ ਦੀ ਕੋਸ਼ਿਸ਼ ਕਰਦੀ ਹੈ ਵੀ ਮੈਂ ਪੀ ਕੇ ਉੱਡ ਜਾਣਾ ਹੈ, ਪਰ ਵਿਚਾਰੀ ਵਿੱਚੇ ਫਸ ਜਾਂਦੀ ਅਤੇ ਮੌਤ ਹੋ ਜਾਂਦੀ। ਇਸੇ ਤਰ੍ਹਾਂ ਅਸੀਂ ਦਾਅਵੇ ਬੜੇ ਕਰਦੇ ਹਾਂ ਵੀ ਅਸੀਂ ਨਹੀਂ, ਅਸੀਂ ਪਾਸ ਹੋ ਜਾਵਾਂਗੇ, ਗੁਰੂ ਦੀ ਲੋੜ ਨਹੀਂ, ਅਸੀਂ ਬੜੇ ਸਿਆਣੇ ਹਾਂ, ਪਰ ਸਾਡਾ ਹਾਲ ਹੁੰਦਾ ਹੈ ਮੱਖੀ ਵਾਂਗ, ਵਿੱਚ ਫਸ ਜਾਂਦੇ ਹਾਂ ਅਤੇ ਫਿਰ ਨਿਕਲਣ ਵਾਲਾ ਕੋਈ ਰਸਤਾ ਨਹੀਂ ਲੱਭਦਾ। ਫਿਰ ਰੋਂਦੇ ਹਾਂ, ਕਰਲਾਉਂਦੇ ਹਾਂ, ਵਿਕਾਰਾਂ ਵਿੱਚ ਜਕੜੇ ਹੋਏ, ਕੋਈ ਕੱਢ ਵੀ ਨਹੀਂ ਸਕਦਾ ਸਾਨੂੰ, ਕਿਉਂਕਿ ਗੁਰੂ ਨਹੀਂ ਹੈ। ਅਤੇ ਜੇ ਗੁਰੂ ਧਾਰਨ ਵੀ ਕੀਤਾ ਹੈ ਤਾਂ ਗੁਰੂ ਦੀ ਗੱਲ ਨਹੀਂ ਮੰਨੀ। ਸੋ ਇਹ ਹੈ ਗੁਰੂ ਦੀ ਗੱਲ ਮੰਨ ਕੇ ਆਤਮਾ ਨੂੰ ਪਰਮਾਤਮਾ ਤੱਕ ਮਿਲਾਉਣਾ। ਗੁਰੂ ਨੇ ਪ੍ਰਵਿਰਤੀ ਕਰਮ ਦ੍ਰਿੜਾਇਆ ਹੈ ਵੀ ਕਿਵੇਂ ਵਿਚਰਨਾ ਹੈ ਸੰਸਾਰ ਦੇ ਵਿੱਚ। ਇੱਕ ਸਾਖੀ ਯਾਦ ਆ ਗਈ ਭਾਈ ਬੰਨੋ ਨਾਂ ਦੇ ਸਿੱਖ ਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਰਾਜੇ ਹੋਏ ਨੇ, ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰ ਰਹੇ ਨੇ, ਦਰਸ਼ਨ ਦੇ ਰਹੇ ਨੇ। ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਪ੍ਰਵਿਰਤੀ ਕਰਮ ਆਪ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਪ੍ਰਵਿਰਤ ਦੇ ਵਿੱਚ ਨਿਰਵਿਰਤ ਰਹਿਣਾ, ਪਰ ਕੀ ਕੋਈ ਐਸਾ ਸਿੱਖ ਹੈ ਜਿਹੜਾ ਪ੍ਰਵਿਰਤ ਵਿੱਚ ਰਹਿੰਦਿਆਂ ਹਵੇਂ ਨਿਰਵਿਰਤ ਹੋਵੇ, ਸੰਸਾਰ ਦੇ ਕੰਮ ਕਰਦਿਆਂ ਵੀ ਨਿਰਲੇਪ ਰਹਿੰਦਾ ਹੋਵੇ? ਮਹਾਰਾਜ ਦਰਸ਼ਨ ਕਰਾਓ ਐਸੇ ਸਿੱਖ ਦੇ। ਅਤੇ ਮਹਾਰਾਜ ਬੜੇ ਮੁਸਕਰਾਏ, ਕਹਿਣ ਲੱਗੇ ਬੜਾ ਵਧੀਆ ਸਵਾਲ ਹੈ। ਕਹਿਣ ਲੱਗੇ ਪਿੰਡ ਮਾਂਗਟ ਹੈ, ਪਾਕਿਸਤਾਨ ਦੇ ਵਿੱਚ ਚਲੇ ਜਾਓ, ਭਾਈ ਬੰਨੋ ਨਾਮ ਦਾ ਸਿੱਖ ਹੈ, ਉਹਦਾ ਘਰ ਪੁੱਛ ਲੈਣਾ ਅਤੇ ਦਰਸ਼ਨ ਕਰ ਆਓ ਜਾ ਕੇ, ਉਹ ਪ੍ਰਵਿਰਤ ਵਿੱਚ ਨਿਰਵਿਰਤ ਹੋਇਆ ਪਿਆ ਹੈ। ਸਿੱਖ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਚਾਲੇ ਪਾ ਦਿੱਤੇ ਭਾਈ ਬੰਨੋ ਦੇ ਘਰ ਵੱਲ ਨੂੰ। ਜਾ ਕੇ ਪੁੱਛਿਆ ਵੀ ਭਾਈ ਬੰਨੋ ਦਾ ਘਰ ਕਿਹੜਾ ਹੈ? ਦੱਸਿਆ ਵੀ ਦਿਨੇ ਤੇ ਕੰਮਕਾਰ ਕਰਦਾ ਹੈ, ਉਹ ਦੁਕਾਨ ਹੈ ਸਾਹਮਣੇ, ਚਲਾ ਜਾ। ਸਿੱਖ ਨੇ ਜਾ ਕੇ ਵੇਖਿਆ ਭਾਈ ਬੰਨੋ ਗਾਹਕਾਂ ਨੂੰ, ਆਪਣੇ ਗਾਹਕ ਜੋ ਆਏ ਹਨ ਦੁਕਾਨ ਦੇ ਉੱਤੇ, ਉਹਨਾਂ ਨੂੰ ਸੌਦਾ ਸਮਾਨ ਦੇ ਰਿਹਾ ਹੈ। ਸਮਾਨ ਦਿੰਦਿਆਂ ਦਿੰਦਿਆਂ ਕਿਸੇ ਗਾਹਕ ਦੇ ਨਾਲ ਬਹਿਸ ਹੋ ਗਈ ਉਹਨਾਂ ਦੀ। ਉਹ ਆਂਦਾ ਮਾਸਾ ਵੱਧ ਪਾ ਦੇ, ਅਤੇ ਇਹ ਆਂਦੇ ਨੇ ਵੀ ਨਾ ਭਾਈ, ਜਿੰਨਾ ਤੂੰ ਪੈਸੇ ਦਿੱਤੇ ਨੇ ਓਨੇ ਹੀ ਦਿਆਂਗਾ। ਉਹ ਘਿਓ ਵੇਚ ਰਹੇ ਸਨ ਉਸ ਸਮੇਂ, ਜਦੋਂ ਦੀ ਇਹ ਵਾਰਤਾ ਹੈ। ਕੋਈ ਘਿਓ ਲੈਣ ਵਾਸਤੇ ਆਇਆ ਸੀ ਦੁਕਾਨ 'ਤੇ ਉਹਨਾਂ ਦੇ, ਅਤੇ ਉਹਨੇ ਆਖਿਆ ਥੋੜ੍ਹਾ ਵੱਧ ਪਾ ਦੇ, ਕਿਉਂ ਕੰਜੂਸੀ ਕਰਦਾ? ਅਤੇ ਭਾਈ ਬੰਨੂ ਨੇ ਆਖਿਆ ਜਿੰਨੇ ਪੈਸੇ ਦਿੱਤੇ ਨੇ ਭਾਈ ਉਹਨਾਂ ਦਾ ਹੀ ਦਾਂਗਾ, ਨਾ ਵੱਧ ਤੋਲਾਂਗਾ ਅਤੇ ਨਾ ਘੱਟ ਤੋਲਾਂਗਾ, ਇਹ ਮੇਰੀ ਕਿਰਤ ਹੈ। ਇੰਨੇ ਚਿਰ ਨੂੰ ਕੋਈ ਹੋਰ ਆ ਗਿਆ, ਉਹ ਲੈਣ ਵਾਸਤੇ ਆਇਆ, ਅਤੇ ਉਹ ਵੀ ਇਹੀ ਗੱਲ ਆਖੀ ਵੀ ਭਾਈ ਸੋਨੇ ਦੇ ਭਾਅ ਵੇਚਦਾ ਘਿਓ, ਥੋੜ੍ਹਾ ਤਰਸ ਕਰ। ਅਤੇ ਭਾਈ ਬੰਨੂ ਨੇ ਆਖਿਆ 3 ਟਕੇ ਤੇਰੇ ਪਹਿਲੇ ਰਹਿੰਦੇ ਨੇ ਉਧਾਰ, ਪਹਿਲਾਂ ਉਹ ਵਾਪਸ ਕਰ, ਫਿਰ ਅਗਲਾ ਤੈਨੂੰ ਦਿਆਂਗਾ ਸਮਾਨ। ਜਦੋਂ ਸਿੱਖ ਨੇ ਸਭ ਕੋਈ ਗੱਲਬਾਤ ਵੇਖੀ ਅਤੇ ਮਨ ਦੇ ਵਿੱਚ ਸ਼ੰਕਾ ਆਈ, ਅਤੇ ਗੁਰੂ ਸਾਹਿਬ ਦੇ ਬਚਨ ਵੀ ਯਾਦ ਆਏ ਵੀ ਗੁਰੂ ਸਾਹਿਬ ਨੇ ਭਾਈ ਬੰਨੂ ਦਾ ਪਤਾ ਦਿੱਤਾ ਸੀ, ਪਰ ਜਿਹੋ ਜਿਹਾ ਵੇਖਿਆ ਹੈ ਲੱਗਦਾ ਨਹੀਂ ਕਿ ਇਹ ਪ੍ਰਵਿਰਤ ਵਿੱਚ ਨਿਰਵਿਰਤ ਹੋਵੇਗਾ। ਇਹ ਤਾਂ ਬਹੁਤ ਜ਼ਿਆਦਾ ਕੰਜੂਸ ਹੈ, ਬਹੁਤ ਖਿੱਚਤ ਹੈ, ਮਾਇਆ ਮੋਹ ਮਾਇਆ ਦੇ ਪ੍ਰਭਾਵ ਹੇਠਾਂ ਹੈ। ਚਲੋ ਗੁਰੂ ਸਾਹਿਬ ਦੇ ਬਚਨਾਂ 'ਤੇ ਭਰੋਸਾ ਸੀ, ਜਾ ਕੇ ਮਿਲਿਆ, ਬੇਨਤੀ ਕੀਤੀ। ਭਾਈ ਬੰਨੂ ਨੇ ਪੁੱਛਿਆ ਭਾਈ ਕੌਣ ਹੈ, ਕੀ ਸਮਾਨ ਲੈਣਾ ਦੱਸੋ? ਉਹ ਸਿੱਖ ਨੇ ਬੇਨਤੀ ਕੀਤੀ, ਮੈਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤੇਰੇ ਦਰਸ਼ਨ ਕਰਨ ਵਾਸਤੇ ਭੇਜਿਆ, ਮੈਂ ਤੈਨੂੰ ਮਿਲਣ ਵਾਸਤੇ ਆਇਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਸੁਣਿਆ ਅਤੇ ਬੜਾ ਖੁਸ਼ ਹੋਇਆ, ਅਤੇ ਸਿੱਖ ਦੇ ਪੈਰੀਂ ਹੱਥ ਲਾ ਦਿੱਤਾ, ਮੇਰੇ ਗੁਰੂ ਕੋਲੋਂ ਆਇਆ। ਬੜਾ ਸਤਿਕਾਰ ਦਿੱਤਾ ਅਤੇ ਘਰ ਲੈ ਗਿਆ। ਜਦੋਂ ਘਰ ਗਿਆ, ਜਾ ਕੇ ਪੁੱਛਿਆ ਭਾਈ ਦੂਰੋਂ ਆਇਆ ਏ, ਆਰਾਮ ਕਰ, ਬਿਸਤਰਾ ਵਿਛਾ ਕੇ ਦਿੱਤਾ ਬੜਾ ਸਤਿਕਾਰ ਦੇ ਸਹਿਤ। ਅਤੇ ਉਹ ਸਿੱਖ ਦੇ ਮਨ ਦੇ ਵਿੱਚ ਸਵਾਲ ਕਈ ਹਨ ਵੀ ਹੁਣ ਮੈਂ ਇਹਨੂੰ ਪੁੱਛਾਂ ਅਤੇ ਕਿਸ ਤਰੀਕੇ ਨਾਲ ਪੁੱਛਾਂ। ਅਤੇ ਸਿੱਖ ਨੇ ਬਹਾਨੇ ਨਾਲ ਆਖਿਆ ਪ੍ਰਸ਼ਾਦਾ ਪਾਣੀ ਬਾਅਦ ਛਕਾਂਗੇ, ਪਹਿਲਾਂ ਮੈਂ ਇਸ਼ਨਾਨ ਕਰਨਾ ਚਾਹੁੰਦਾ। ਭਾਈ ਬੰਨੂ ਨੇ ਆਖਿਆ ਜ਼ਰੂਰ, ਪਰ ਸਿੱਖ ਨੇ ਆਖਿਆ ਇਸ਼ਨਾਨ ਪਾਣੀ ਨਾਲ ਨਹੀਂ ਕਰਨਾ, ਦੇਸੀ ਘਿਓ ਨਾਲ ਕਰਨਾ। ਥੋੜ੍ਹਾ ਜਿਹਾ ਕੋਸਾ ਕਰਦੇ ਘਿਓ, ਗਰਮ ਕਰਦੇ
ਘਿਓ ਦੇ ਨਾਲ ਇਸ਼ਨਾਨ ਕਰਨਾ, ਮੈਂ ਪਾਣੀ ਦੇ ਨਾਲ ਨਹੀਂ ਕਰਨਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਭਾਈ ਬੰਨੋ 2 ਪੀਪੇ ਘਿਓ ਦੇ ਚੁੱਕ ਲਿਆਇਆ ਅੰਦਰੋਂ ਅਤੇ ਗਰਮ ਕਰਨ ਵਾਸਤੇ ਅੱਗ ਦੇ ਉੱਤੇ ਰੱਖ ਦਿੱਤੇ। ਅਤੇ ਜਦੋਂ ਥੋੜ੍ਹਾ ਜਿਹਾ ਘਿਓ ਕੱਢ ਕੇ ਜਿੱਥੇ ਗੁਸਲਖਾਨਾ, ਜਿੱਥੇ ਨਹਾਉਣਾ ਸੀ ਭਾਈ ਸਿੱਖ ਨੇ, ਨਹਾਉਣ ਵਾਲੀ ਥਾਂ ਗੁਸਲਖਾਨੇ ਦੇ ਵਿੱਚ ਭਾਈ ਬੰਨੋ ਨੇ 2 ਗੜਵੀਆਂ ਤੇ ਹੱਥ 'ਚ ਲਿਖਿਆ ਏ ਵੀ ਘਿਓ ਦੇ ਨਾਲ ਪਹਿਲਾਂ ਉਸ ਗੁਸਲਖਾਨੇ ਨੂੰ ਸਾਫ਼ ਕੀਤਾ, ਪਾਣੀ ਦੇ ਨਾਲ ਕਰਨ ਦੀ ਬਜਾਏ ਘਿਓ ਦੇ ਨਾਲ ਧੋ ਦਿੱਤਾ। ਅਤੇ ਜਿਸ ਚੌਂਕੀ ਦੇ ਉੱਤੇ ਬਹਿ ਕੇ ਇਸ਼ਨਾਨ ਕਰਦੇ ਨੇ, ਉਹ ਵੀ ਸਾਫ਼ ਘਿਓ ਦੇ ਨਾਲ ਕੀਤੀ। ਪਾਣੀ ਦੀ ਥਾਂ 'ਤੇ ਜਦੋਂ ਘਿਓ ਡੋਲੀ ਜਾਵੇ, ਅਤੇ ਉਹ ਸਿੱਖ ਨੇ ਹੱਥ ਫੜ ਲਿਆ, ਕਹਿਣ ਲੱਗਾ ਬਸ ਬਸ ਹੁਣ ਨਾ ਡੋਲ। ਮੇਰੇ ਮਨ ਦੇ ਵਿੱਚ ਸਵਾਲ ਨੇ, ਮੈਂ ਪਹਿਲਾਂ ਉਹ ਪੁੱਛਣਾ ਚਾਹੁੰਦਾ, ਮੈਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਕੋਈ ਸਿੱਖ ਵਿਖਾਓ ਜਿਹੜਾ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਹੋਵੇ, ਪ੍ਰਵਿਰਤੀ ਕਰਮ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਵਿਰਤੀ ਵਿੱਚ ਰਹਿੰਦਾ ਹੋਵੇ। ਅਤੇ ਮੈਨੂੰ ਉਹਨਾਂ ਤੇਰੇ ਕੋਲ ਭੇਜਿਆ ਸੀ, ਪਰ ਮੈਨੂੰ ਸਮਝ ਨਹੀਂ ਆਈ, ਇੱਥੇ ਤੂੰ ਪਰਵਾਹ ਨਹੀਂ ਕੀਤੀ, ਘਿਓ ਰੋੜੀ ਜਾ ਰਿਹਾ ਅਤੇ ਉੱਥੇ ਦੁਕਾਨ ਦੇ ਉੱਤੇ ਗਾਹਕਾਂ ਦੇ ਨਾਲ ਲੜਦਾ ਸੈਂ, ਇਹ ਕੀ ਕਾਰਨ? ਭਾਈ ਬੰਨੋ ਬੜਾ ਖੁਸ਼ ਹੋਇਆ, ਕਹਿਣ ਲੱਗਾ ਭਾਈ ਸਿੱਖਾ, ਭਾਈ ਬੰਨੋ ਨੇ ਆਖਿਆ ਦੁਕਾਨ 'ਤੇ ਮੇਰੀ ਉਹ ਕਿਰਤ ਸੀ, ਉਹ ਮੇਰਾ ਧੰਦਾ ਸੀ ਜਿਹੜਾ ਗੁਰੂ ਨੇ ਮੈਨੂੰ ਬਖਸ਼ਿਆ, ਅਤੇ ਇੱਥੇ ਜੋ ਇਹ ਦਿੱਤਾ ਹੋਇਆ ਗੁਰੂ ਦਾ ਰਿਜ਼ਕ ਹੈ। ਇਸ ਕਰਕੇ ਜਦੋਂ ਮੈਂ ਦੁਕਾਨ ਦੇ ਉੱਤੇ ਇਮਾਨਦਾਰੀ ਦੇ ਨਾਲ ਕੰਮ ਕਰਦਾ, ਕਿਰਤ ਕਰਦਾ, ਨਾ ਵੱਧ ਤੋਲਦਾ ਨਾ ਘੱਟ, ਜੇ ਮੈਂ ਰੋਜ਼ ਹੀ ਘੱਟ ਤੋਲਦਾ ਰਿਹਾ, ਨਾ ਬਰਾਬਰ ਹਿਸਾਬ ਰੱਖਿਆ, ਤਾਂ ਫਿਰ ਤੇਰੇ ਵਰਗੇ ਗੁਰਸਿੱਖਾਂ ਦੀ ਸੇਵਾ ਕਿਵੇਂ ਕਰਾਂਗਾ। ਇਸ ਕਰਕੇ ਮੇਰੇ ਮਨ ਦੇ ਵਿੱਚ ਕੋਈ ਲਾਲਚ ਵਸ ਹੋ ਕੇ ਨਹੀਂ, ਮੈਂ ਕਿਰਤ ਨੂੰ ਕਿਰਤ ਸਮਝ ਕੇ ਹੀ ਕਰਦਾ ਹਾਂ, ਅਤੇ ਜਦੋਂ ਗੁਰੂ ਦਾ ਦਿੱਤਾ ਹੋਇਆ ਰਿਜ਼ਕ ਹੈ ਅਤੇ ਸੇਵਾ ਵਿੱਚ ਵੀ ਲਾਉਂਦਾ ਹਾਂ। ਇਹ 2 ਬਿਰਤੀਆਂ ਹਨ, ਕੋਈ ਲਾਲਚ ਵਸ ਹੋ ਕੇ ਨਹੀਂ ਕਰਦਾ। ਉਹ ਸਿੱਖ ਨੇ ਆਖਿਆ ਧੰਨ ਸਿੱਖੀ, ਧੰਨ ਗੁਰੂ ਕੇ ਸਿੱਖ। ਸਮਝ ਆ ਗਈ, ਬੜਾ ਖੁਸ਼ ਹੋਇਆ ਵੀ ਇਹ ਹੈ ਪ੍ਰਵਿਰਤ ਵਿੱਚ ਨਿਵਿਰਤ ਹੋਣਾ। ਸਾਧ ਸੰਗਤ, ਇਸੇ ਤਰ੍ਹਾਂ ਬਾਣੀ ਵਿੱਚ ਵੀ ਤੁਸੀਂ ਬਚਨ ਪੜ੍ਹੋਗੇ, ਭਗਤ ਕਬੀਰ ਸਾਹਿਬ ਦੇ ਸਲੋਕ ਜਦੋਂ ਪੜ੍ਹੀਏ ਅਤੇ ਉਹਦੇ ਵਿੱਚ ਵੀ ਬਚਨ ਆਉਂਦਾ ਹੈ, ਭਗਤ ਤਰਲੋਚਨ ਜਦੋਂ ਉਹਨਾਂ ਸੁਣਿਆ ਭਗਤ ਨਾਮਦੇਵ ਜੀ ਬਾਰੇ ਕਿ ਬੜੇ ਤਗੜੇ ਮਹਾਂਪੁਰਖ ਨੇ, ਬੰਦਗੀ ਵਿੱਚ ਰਹਿੰਦੇ ਨੇ ਹਰ ਵੇਲੇ, ਚਲੋ ਜਾ ਕੇ ਉਹਨਾਂ ਦੇ ਦਰਸ਼ਨ ਕਰਦੇ ਹਾਂ। ਘਰੋਂ ਤੁਰੇ ਅਤੇ ਜਾ ਕੇ ਕੀ ਵੇਖਿਆ, ਭਗਤ ਨਾਮਦੇਵ ਜੀ ਜਿਹੜੀ ਆਪਣੀ ਕਿਰਤ ਕਰਦੇ ਨੇ, ਕੱਪੜੇ ਬੁਣਦੇ ਨੇ, ਅਤੇ ਜਾ ਕੇ ਵੇਖਿਆ ਵੀ ਇਹ ਤਾਂ ਲੱਗਦਾ ਨਹੀਂ ਮਹਾਂਪੁਰਖ ਨੇ, ਕੋਈ ਬੰਦਗੀ ਵਿੱਚ ਨਾਮ ਜਪਦੇ ਨੇ, ਇਹ ਤਾਂ ਮਸਤ ਹਨ ਆਪਣੇ ਕੰਮਕਾਰ ਦੇ ਵਿੱਚ। ਭਗਤ ਤਰਲੋਚਨ ਨੇ ਵੀ ਜਾ ਕੇ ਲਾਗੇ ਹੋ ਕੇ ਪੁੱਛਿਆ ਭਗਤ ਨਾਮਦੇਵ ਨੂੰ, ਬੜਾ ਸੁਣਿਆ ਹੈ ਤੁਹਾਡੇ ਬਾਰੇ, ਪਰ ਇੱਥੇ ਤਾਂ ਗੱਲ ਹੀ ਕੋਈ ਹੋਰ ਨਿਕਲੀ ਹੈ। ਤੁਸੀਂ ਤਾਂ ਮੋਹ ਮਾਇਆ 'ਚ ਫਸੇ ਪਏ ਹੋ, ਕੰਮਕਾਰ ਦੇ ਵਿੱਚ ਫਸੇ ਪਏ ਹੋ, ਨਾਮ ਕਿਹੜੇ ਵੇਲੇ ਜਪਦੇ ਜੇ। ਤਾਂ ਉਸ ਵੇਲੇ ਭਗਤ ਕਬੀਰ ਸਾਹਿਬ ਨੇ ਜਿਹੜੀ ਇਹਨਾਂ ਦੀ ਵਾਰਤਾਲਾਪ ਹੈ ਦੋਵਾਂ ਮਹਾਂਪੁਰਖਾਂ ਦੀ, ਉਹ ਆਪਣੇ ਸਲੋਕਾਂ ਵਿੱਚ ਲਿਖੀ ਹੈ। ਕਈ ਵਾਰੀ ਪੜ੍ਹ ਕੇ ਲੰਘ ਗਏ ਹੋਵਾਂਗੇ, ਉੱਥੇ ਸਲੋਕਾਂ ਦੇ ਵਿੱਚ ਬਚਨ ਆਉਂਦਾ ਹੈ। ਭਗਤ ਤਰਲੋਚਨ ਨੇ ਜਦੋਂ ਆਖਿਆ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਬੀਤ, ਕਾਹੇ ਛੀਪਹੁ ਛਾਇ ਲੈ ਰਾਮ ਨਾ ਲਾਭਹੁ ਚੀਤ। ਤੂੰ ਤੇ ਮਾਇਆ ਦੇ ਵਿੱਚ ਮੋਹਿਆ ਪਿਆ ਹੈ, ਅਤੇ ਨਾਮ ਕਿਹੜੇ ਵੇਲੇ ਜਪਦਾ, ਹਰ ਵੇਲੇ ਆਪਣੀ ਕਿਰਤਕਾਰ 'ਚ ਖੁੱਭਾ ਰਹਿਣਾ। ਅਤੇ ਅੱਗੋਂ ਭਗਤ ਨਾਮਦੇਵ ਨੇ ਜਿਹੜਾ ਉੱਤਰ ਦਿੱਤਾ ਭਗਤ ਤਰਲੋਚਨ ਨੂੰ, ਉਹ ਵੀ ਦਰਜ ਕੀਤਾ ਹੈ। ਕਹਿੰਦੇ ਨੇ, ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਦੇ ਨਾਲ, ਪੈਰਾਂ ਦੇ ਨਾਲ ਕਿਰਤ ਕਰਨੀ ਹੈ, ਪਰ ਜਿਹੜਾ ਮਨ ਹੈ, ਜਿਹੜਾ ਚਿੱਤ ਹੈ, ਉਹ ਵਾਹਿਗੁਰੂ ਦੇ ਨਾਲ ਲੱਗਾ ਹੈ ਹਰ ਵੇਲੇ। ਜਿਵੇਂ ਆਮ ਹੀ ਕਿਹਾ ਜਾਂਦਾ ਹੈ, ਹੱਥ ਕਾਰ ਵੱਲ ਅਤੇ ਚਿੱਤ ਕਰਤਾਰ ਵੱਲ। ਸੋ ਇਹ ਹੈ ਸਾਧ ਸੰਗਤ ਪ੍ਰਵਿਰਤ ਵਿੱਚ ਨਿਰਵਿਰਤ ਹੋਣਾ। ਸੋ ਇੱਥੋਂ ਤੱਕ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦਾ ਗੁਰਮੁਖ ਹੋਣਾ ਚਾਹੀਦਾ ਹੈ। ਇਹ ਪਹਿਲੀ ਸਟੇਜ ਹੈ ਆਤਮਾ ਤੋਂ ਪਰਮਾਤਮਾ ਤੱਕ ਪਹੁੰਚਣ ਦੀ, ਅਤੇ ਗੱਲ ਵੀ ਬੜੀ ਵੱਡੀ ਹੈ, ਛੋਟੀ ਨਹੀਂ। ਸੋ ਇਸ ਕਰਕੇ ਜਦੋਂ ਵੀ ਕੋਈ ਵੀ ਕੰਮ ਕਰਨਾ ਹੈ, ਸਿੱਖਣੇ ਪ੍ਰਵਿਰਤ ਰਹਿਣਾ ਹੈ। ਇਹ ਸਾਧ ਸੰਗਤ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਪ੍ਰਵਿਰਤ ਕਰਮ ਦ੍ਰਿੜਾਇਆ
ਬਲ ਰਾਮ ਜੀਓ। ਪ੍ਰਵਿਰਤੀ ਕਰਮ ਦ੍ਰਿੜਾਇਆ ਹੈ। ਸੋ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲ ਰਾਮ ਜੀਓ। ਬਾਣੀ ਬ੍ਰਹਮਾ ਵੇਦ। ਬ੍ਰਹਮਾ ਦਾ ਕੀ ਅਰਥ ਹੈ? ਇੱਕ ਤਾਂ ਦੇ ਅਰਥ ਕਰਦੇ ਹਨ ਵਿਦਵਾਨ ਕਿ ਬ੍ਰਹਮਾ ਦੇ ਵੇਦ ਜਿਹੜੇ ਰਚੇ ਹੋਏ ਹਨ ਉਹ ਬਾਣੀ ਨੂੰ ਜਾਣੋ। ਜਿਵੇਂ ਜਪਜੀ ਸਾਹਿਬ 'ਚ ਗੁਰੂ ਸਾਹਿਬ ਰੋਜ਼ ਦੱਸਦੇ ਨੇ ਕਿ ਸਾਡੇ ਵਾਸਤੇ ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ, ਇਹ ਸਾਰੇ ਦੇਵਤੇ ਜਿੰਨੇ ਹਨ ਸਾਡੇ ਵਾਸਤੇ ਸਾਡਾ ਗੁਰੂ ਹੀ ਹੈ। ਸਾਡੇ ਵਾਸਤੇ ਗੁਰੂ ਹੀ ਸਭ ਕੁਝ ਹੈ। ਇਸੇ ਤਰ੍ਹਾਂ ਇਹਦੇ ਅਰਥ ਵੀ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਹਨ ਕਿ ਬਾਣੀ ਹੀ ਸਾਡਾ ਗੁਰੂ ਹੈ, ਬਾਣੀ ਹੀ ਬ੍ਰਹਮਾ ਦੇ ਵੇਦ ਨੇ, ਅਤੇ ਬ੍ਰਹਮਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ। ਦੂਸਰੇ ਅਰਥ ਇਹ ਕੀਤੇ ਹਨ ਵਿਦਵਾਨਾਂ ਨੇ ਕਿ ਬ੍ਰਹਮਾ ਵੇਦ, ਵੇਦ ਨਾਮ ਹੈ ਗਿਆਨ ਦਾ। ਪਰਮਾਤਮਾ ਦਾ ਗਿਆਨ ਜੋ ਹੈ ਬਾਣੀ ਵਿੱਚ ਹੈ। ਅਤੇ ਸਾਧ ਸੰਗਤ ਇਹਦੇ ਸਿੱਧੇ ਸਿੱਧੇ ਅਰਥ ਨੇ ਕਿ ਜੇ ਪ੍ਰਵਿਰਤ ਵਿੱਚ ਨਿਰਵਿਰਤ ਹੋਣ ਦੀ ਜਾਚ ਸਿੱਖਣੀ ਹੈ ਤਾਂ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਧਰਮ ਨੂੰ ਦ੍ਰਿੜ ਕਰੋ। ਧਰਮ ਕੀ ਹੈ? ਧਰਮ ਦੀ ਸਮਝ ਉਦਣ ਆਵੇਗੀ ਜਿੱਦਣ ਬਾਣੀ ਪੜ੍ਹਾਂਗੇ। ਬਾਣੀ ਨੂੰ ਇੱਕ ਮਨ ਚਿੱਤ ਹੋ ਕੇ ਵਿਚਾਰਾਂਗੇ, ਪੜ੍ਹਾਂਗੇ, ਉਦਣ ਧਰਮ ਦੀ ਵਿਆਖਿਆ ਬਾਣੀ ਆਪ ਕਰੇਗੀ ਵੀ ਧਰਮੀ ਕੀ ਹੁੰਦਾ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਧਰਮ ਪ੍ਰਵੇਸ਼ ਕਰੇਗਾ ਅੰਦਰ। ਧਰਮ ਦੀ ਵਿਆਖਿਆ ਬੜੀ ਲੰਮੀ ਚੌੜੀ ਹੈ। ਦੋ ਅੱਖਰਾਂ 'ਚ ਦੱਸਣਾ ਹੋਵੇ ਵੀ ਧਰਮ ਕੀ ਹੈ ਤਾਂ ਸੁਖਮਨੀ ਸਾਹਿਬ 'ਚ ਗੁਰੂ ਸਾਹਿਬ ਨੇ ਦੱਸਿਆ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਭਾਵ ਕਿ ਨਿਰਮਲ ਕਰਮ ਕਰਨੇ ਅਤੇ ਪ੍ਰਭੂ ਦਾ ਨਾਮ ਜਪਣਾ, ਇਹ ਸਾਰਿਆਂ ਨੂੰ ਹੀ ਵੱਡਾ ਸ਼੍ਰੋਮਣੀ ਧਰਮ ਹੈ। ਪਰ ਧਰਮ ਦੀ ਵਿਆਖਿਆ ਹੋਰ ਕੀ ਹੈ, ਇਹ ਬਾਣੀ ਪੜ੍ਹਨ ਦੇ ਨਾਲ ਹੀ ਪਤਾ ਲੱਗੇਗਾ। ਬਾਣੀ ਪੜ੍ਹਦਿਆਂ ਹੀ ਨਿਰਮਲ ਕਰਮ ਹੋਣਗੇ। ਬਾਣੀ ਨੇ ਹੀ ਤਬਦੀਲੀ ਕਰਨੀ ਹੈ, ਕਿਉਂਕਿ ਬਾਣੀ ਸਾਰਿਆਂ ਨਾਲੋਂ ਹੀ ਉੱਚਾ ਗਿਆਨ ਹੈ, ਸ਼੍ਰੋਮਣੀ ਗਿਆਨ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਗੁਰੂ ਸਾਹਿਬ ਨੇ ਤੇ ਆਖਿਆ ਹੈ ਕਿ ਬਾਣੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਕਦੇ ਆਖਿਆ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਕਰਕੇ ਭਾਈ ਬਾਣੀ ਨੂੰ ਪੜ੍ਹੋ, ਬਾਣੀ ਨੂੰ ਵਿਚਾਰੋ ਅਤੇ ਧਰਮ ਦ੍ਰਿੜ ਕਰੋ, ਅਤੇ ਪਾਪ ਜਿਹੜੇ ਹਨ ਭੱਜ ਜਾਣਗੇ। ਪਾਪ ਨੂੰ ਛੱਡਣ ਵਾਸਤੇ ਨਹੀਂ ਆਖਿਆ ਇਸ ਪੰਕਤੀ ਵਿੱਚ। ਦੂਸਰੇ ਨੰਬਰ 'ਤੇ ਮਹਾਰਾਜ ਨੇ ਆਖਿਆ ਹੈ ਬਾਣੀ ਪੜ੍ਹੋ, ਧਰਮ ਨੂੰ ਦ੍ਰਿੜ ਕਰੋ, ਅਤੇ ਪਾਪ ਆਪਣੇ ਆਪ ਹੀ ਤੁਹਾਡੇ ਖਤਮ ਹੋਣਗੇ। ਹੁਣ ਬਾਣੀ ਨੂੰ ਪਿਆਰ ਨਾਲ ਪੜ੍ਹਨਾ ਅਤੇ ਵਿਚਾਰਨਾ, ਇਹ ਹੀ ਅਸਲੀ ਸਾਧ ਸੰਗਤ ਮੰਜ਼ਿਲ ਤੈਅ ਕਰਨ ਦਾ ਰਸਤਾ ਹੈ। ਬਾਣੀ ਧੁਰ ਕੀ ਬਾਣੀ ਹੈ। ਜੇ ਬਾਣੀ ਜਿਸ ਥਾਂ ਤੋਂ ਆਈ ਹੈ, ਜਿਸ ਅਸਥਾਨ ਤੋਂ ਆਈ ਹੈ, ਜਿਸ ਅਵਸਥਾ ਵਿੱਚ ਉਚਾਰੀ ਗਈ ਹੈ, ਜੇ ਭਾਵਨਾ ਦੇ ਸਹਿਤ ਪੜ੍ਹਿਆ ਜਾਵੇ ਤਾਂ ਉਸ ਦੇਸ਼ ਅਤੇ ਉਸ ਅਵਸਥਾ ਤੱਕ ਪਹੁੰਚਾ ਦਿੰਦੀ ਹੈ। ਇਹ 'ਚ ਕੋਈ ਦੋ ਰਾਏ ਨਹੀਂ। ਹੁਣ ਕਈ ਆਖਦੇ ਨੇ ਕਿ ਬਾਣੀ ਨੂੰ ਵਿਚਾਰਨਾ ਤਾਂ ਨਹੀਂ ਆਉਂਦਾ, ਕਿ ਬਾਣੀ ਨੂੰ ਵਿਚਾਰਾਂਗੇ ਤਾਂ ਫਿਰ ਹੀ ਸਾਡੀ ਕਲਿਆਣ ਹੁੰਦੀ ਹੈ। ਹੁਣ ਆਮ ਹੀ ਕਈਆਂ ਨੂੰ ਪਤਾ ਹੈ, ਆਮ ਹੀ ਕਈ ਕਹਿਣਗੇ ਜੀ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ, ਅਸੀਂ ਤਾਂ ਪੜ੍ਹਦੇ ਹਾਂ, ਕੀ ਫਿਰ ਸਾਡਾ ਭਲਾ ਨਹੀਂ ਹੋਣਾ? ਸਾਧ ਸੰਗਤ ਬਾਣੀ ਵਿਚਾਰਨੀ ਆਵੇ ਚਾਹੇ ਨਾ ਆਵੇ, ਵੈਸੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਮਝੀ ਜਾਵੇ, ਪਰ ਬਾਣੀ ਨੂੰ ਪੜ੍ਹਨਾ ਨਹੀਂ ਛੱਡਣਾ ਚਾਹੀਦਾ। ਇੱਕ ਵਾਰੀ 7ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਕਿ ਸਵਾਲ ਕੀਤਾ ਸਿੱਖਾਂ ਨੇ, ਮਹਾਰਾਜ ਜਿਹੜੇ ਸਿੱਖ ਬਾਣੀ ਪੜ੍ਹ ਕੇ ਵਿਚਾਰ ਕੇ ਪੜ੍ਹਦੇ ਹਨ ਬੜਾ ਆਨੰਦ ਮਾਣਦੇ ਹਨ, ਪਰ ਕੁਝ ਸਿੱਖ ਐਸੇ ਵੀ ਹਨ ਜਿਨ੍ਹਾਂ ਨੂੰ ਵਿਚਾਰਨੀ ਨਹੀਂ ਆਉਂਦੀ, ਸਮਝ ਨਹੀਂ ਆਉਂਦੀ, ਅਤੇ ਉਹ ਬਾਣੀ ਇਸੇ ਤਰ੍ਹਾਂ ਪੜ੍ਹੀ ਜਾਂਦੇ ਨੇ, ਅਤੇ ਆਮ ਹੀ ਸਿੱਖ ਕਹੀ ਜਾਂਦੇ ਨੇ ਵੀ ਤੁਹਾਡਾ ਭਲਾ ਨਹੀਂ ਹੋਣਾ। ਕੀ ਮਹਾਰਾਜ ਇਹ ਗੱਲ ਸੱਚੀ ਹੈ? ਅਤੇ ਮਹਾਰਾਜ ਨੇ ਆਖਿਆ ਜ਼ਰੂਰ ਇਹਦਾ ਜਵਾਬ ਦਿਆਂਗੇ, ਥੋੜ੍ਹੇ ਦਿਨ ਇੰਤਜ਼ਾਰ ਕਰੋ। ਅਤੇ ਸਾਧ ਸੰਗਤ ਅਗਲੇ ਦਿਨ ਦੀ ਗੱਲ ਹੈ, ਰਾਤ ਮੀਂਹ ਪਿਆ ਬਹੁਤ, ਗੁਰੂ ਸਾਹਿਬ ਨੇ ਆਪ ਹੀ ਪਾਇਆ, ਮਹਾਰਾਜ ਕਰਨ ਕਾਰਨ ਸਮਰੱਥ ਹਨ। ਮੀਂਹ ਬਹੁਤ ਪਿਆ, ਬਾਹਰ ਗਏ ਮਹਾਰਾਜ ਨਾਲ ਸਮੇਤ ਸਿੱਖਾਂ ਦੇ ਟਹਿਲਣ ਵਾਸਤੇ,
ਦੁਪਹਿਰ ਦੇ ਸਮੇਂ ਥੋੜ੍ਹਾ ਜਿਹਾ ਸੂਰਜ ਨਿਕਲਿਆ। ਕਾਫੀ ਬੱਦਲ ਸਨ ਅਸਮਾਨ ਦੇ ਉੱਤੇ, ਅਤੇ ਸੂਰਜ ਜਦੋਂ ਚੜ੍ਹਿਆ ਥੋੜ੍ਹਾ ਜਿਹਾ ਬਾਹਰ, ਅਤੇ ਰੌਸ਼ਨੀ ਨਿਕਲੀ, ਅਤੇ ਰੌਸ਼ਨੀ ਪੈਂਦੀ ਹੈ ਦੂਰ ਕਿਸੇ ਚੀਜ਼ ਦੇ ਉੱਤੇ ਅਤੇ ਚਮਕਦੀ ਹੈ ਦੂਰੋਂ। ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਉਹ ਦੂਰ ਕੀ ਚਮਕਦਾ ਹੈ, ਦੇਖੋ ਜਾ ਕੇ। ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਜੀ ਕੋਈ ਘੜਾ ਹੈ, ਟੁੱਟਾ ਹੋਇਆ ਘੜਾ। ਮਹਾਰਾਜ ਇਹ ਸੂਰਜ ਦੀ ਰੌਸ਼ਨੀ ਇਹਦੇ ਉੱਤੇ ਪੈ ਰਹੀ ਏ, ਅਤੇ ਇਸ ਕਰਕੇ ਇਹ ਲਿਸ਼ਕਦਾ ਹੈ, ਦੂਰੋਂ ਚਮਕਦਾ ਹੈ। ਮਹਾਰਾਜ ਨੇ ਆਖਿਆ, ਕੱਲ੍ਹ ਤੁਸੀਂ ਕੁਝ ਸਿੱਖਾਂ ਨੇ ਪੁੱਛਿਆ ਸੀ ਕਿ ਬਾਣੀ ਨਾ ਵਿਚਾਰੀ ਜਾਵੇ ਤਾਂ ਕਿਵੇਂ ਸਾਡੀ ਕਲਿਆਣ ਹੋਵੇ, ਇਕੱਲੀ ਪੜ੍ਹਨ ਦੇ ਨਾਲ ਕਿਵੇਂ ਭਲਾ ਹੋਵੇਗਾ। ਤੁਹਾਡੇ ਕੱਲ੍ਹ ਵਾਲੇ ਸਵਾਲ ਦਾ ਜਵਾਬ ਇਸ ਘੜੇ ਨੇ ਦੇ ਦਿੱਤਾ ਹੈ, ਟੁੱਟੇ ਹੋਏ ਘੜੇ ਨੇ। ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਸਮਝ ਨਹੀਂ ਆਈ, ਕਿਰਪਾ ਕਰੋ। ਮਹਾਰਾਜ ਨੇ ਆਖਿਆ, ਇਹ ਆਮ ਘੜਾ ਨਹੀਂ ਹੈ, ਇਸ ਘੜੇ ਦੇ ਵਿੱਚ ਕੋਈ ਸਮਾਂ ਪਹਿਲਾਂ ਕਿਸੇ ਨੇ ਘਿਓ ਪਾਇਆ ਹੋਵੇਗਾ, ਅਤੇ ਉਹ ਘਿਓ ਜਿਹੜਾ ਹੈ ਇਸ ਭਾਂਡੇ ਵਿੱਚ ਰਹਿਣ ਕਰਕੇ, ਘੜੇ ਵਿੱਚ ਰਹਿਣ ਕਰਕੇ ਇਹਦੇ ਵਿੱਚ ਇੰਨਾ ਰਚ ਚੁੱਕਾ ਹੈ ਕਿ ਇਹਦੇ ਵਿੱਚੋਂ ਚਾਹੇ ਘਿਓ ਕੱਢ ਲਿਆ ਗਿਆ ਹੈ, ਚਾਹੇ ਘੜਾ ਟੁੱਟ ਵੀ ਗਿਆ ਹੈ, ਪਰ ਇੰਨਾ ਇਹਦੇ ਅੰਦਰ ਰਚਣ ਕਰਕੇ ਥੰਧਿਆਈ ਇੰਨੀ ਅੰਦਰ ਚਲੀ ਗਈ ਹੈ ਡੂੰਘੀ, ਵੀ ਅੱਜ ਸੂਰਜ ਦੀਆਂ ਰੌਸ਼ਨੀਆਂ ਇਹਦੇ 'ਤੇ ਪੈ ਰਹੀਆਂ ਨੇ। ਅੱਜ ਸੂਰਜ ਦੀ ਤਪਸ਼ ਇਹਦੇ ਉੱਤੇ ਪੈਣੀ ਸ਼ੁਰੂ ਹੋਈ, ਰੌਸ਼ਨੀ ਪੈਣੀ ਸ਼ੁਰੂ ਹੋਈ, ਅਤੇ ਕਿਵੇਂ ਇਹਦੇ ਵਿੱਚ ਰਚਿਆ ਹੋਇਆ ਬਾਹਰ ਨੂੰ ਲਿਸ਼ਕਾਂ ਪਿਆ ਮਾਰਦਾ ਹੈ। ਇਸੇ ਤਰ੍ਹਾਂ ਸਿੱਖੋ, ਬਾਣੀ ਪੜ੍ਹਨੀ ਨਾ ਛੱਡੋ, ਇਹ ਤੁਹਾਡੇ ਅੰਦਰ ਰਚ ਜਾਵੇਗੀ। ਬਾਣੀ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ, ਇਸ ਕਰਕੇ ਬਾਣੀ ਪੜ੍ਹਨੀ ਨਾ ਛੱਡੋ, ਚਾਹੇ ਵਿਚਾਰਨੀ ਆਉਂਦੀ ਹੈ ਜਾਂ ਨਹੀਂ। ਇਹ ਤੁਹਾਡੇ ਅੰਦਰ ਦੇਸੀ ਘਿਓ ਵਾਂਗੂ ਰਚ ਜਾਵੇਗੀ, ਜਿਵੇਂ ਕੁਝ ਸਮਾਂ ਪਹਿਲਾਂ ਇਹਦੇ ਵਿੱਚ ਘਿਓ ਸੀ ਅਤੇ ਰਚ ਗਿਆ, ਅਤੇ ਅੱਜ ਵੇਖੋ ਪਿਘਲ ਪਿਘਲ ਕੇ ਬਾਹਰ ਆਉਂਦਾ ਪਿਆ। ਅਤੇ ਇਸੇ ਤਰ੍ਹਾਂ ਤੁਹਾਡੇ ਅੰਦਰੋਂ ਵੀ ਇਹ ਬਾਣੀ ਕਲਿਆਣਕਾਰੀ ਬਾਣੀ ਭਲਾ ਜ਼ਰੂਰ ਕਰੇਗੀ। ਅਤੇ ਸਿੱਖਾਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਅਤੇ ਸਾਧ ਸੰਗਤ ਇਸ ਤਰ੍ਹਾਂ ਦੇ ਬਚਨ ਸਰਵਣ ਕਰਨ ਨੂੰ ਮਿਲੇ, ਅਤੇ ਅੱਗੇ ਤੋਂ ਹੋਰ ਵੱਧ ਬਾਣੀ ਪੜ੍ਹਨ ਦਾ ਮਹਾਰਾਜ ਦੇ ਅੱਗੇ ਪ੍ਰਣ ਲਿਆ ਉਹਨਾਂ ਨੇ। ਗੁਰੂ ਸਾਹਿਬ ਨੇ ਬਾਣੀ ਦਾ ਸਤਿਕਾਰ ਆਪ ਵੀ ਕੀਤਾ, ਅਤੇ ਸਿੱਖਾਂ ਨੂੰ ਵੀ ਕਰਨ ਵਾਸਤੇ ਆਖਿਆ। ਬਾਣੀ ਨੂੰ ਅਕਾਲ ਪੁਰਖ ਜਾਣ ਕੇ ਮਹਾਰਾਜ ਨੇ ਪੂਜਿਆ ਹੈ, ਇਹਦਾ ਸਤਿਕਾਰ ਕੀਤਾ ਹੈ। ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਸਾਹਿਬ ਨੇ ਬਾਣੀ ਦਾ ਆਪਣੇ ਨਾਲੋਂ ਵੱਧ ਸਤਿਕਾਰ ਕਰਵਾਇਆ ਅਤੇ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਸੁਪੁੱਤਰੀ ਬੀਬੀ ਵੀਰੋ, ਜਦੋਂ ਬੀਬੀ ਵੀਰੋ ਦਾ ਆਨੰਦ ਕਾਰਜ ਹੋਇਆ ਤਾਂ ਮਹਾਰਾਜ ਨੇ ਉਸ ਵੇਲੇ ਵੀ ਸਿੱਖਿਆ ਦਿੱਤੀ ਸੀ ਬੀਬੀ ਵੀਰੋ ਨੂੰ ਬਾਣੀ ਪੜ੍ਹਨ ਦੀ, ਕਿ ਬਾਣੀ ਨਹੀਂ ਛੱਡਣੀ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਅਤੇ ਕਦੇ ਵੀ ਮਾੜੀ ਸੰਗਤ ਨਹੀਂ ਕਰਨੀ। ਅਤੇ ਮੇਰੀ ਬੱਚੀਏ, ਆਪਣੇ ਸਹੁਰੇ ਅਤੇ ਸੱਸ ਦੀ ਸੇਵਾ ਕਰਨੀ ਅਤੇ ਪਤੀ ਦੀ ਆਗੇ ਵਿੱਚ ਰਹਿਣਾ। ਅੱਜ ਵੀ ਜਦੋਂ ਕਿਸੇ ਦਾ ਆਨੰਦ ਕਾਰਜ ਹੁੰਦਾ ਹੈ ਤਾਂ ਗੁਰੂ ਸਾਹਿਬ ਨੇ ਇਹੀ ਉਪਦੇਸ਼ ਦਿੱਤਾ ਹੈ ਲਾਵਾਂ ਦੇ ਪਾਠ ਦੇ ਵਿੱਚ, ਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ। ਧਰਮ ਨੂੰ ਦ੍ਰਿੜ ਕਰੋ, ਬਾਣੀ ਨੂੰ ਪੜ੍ਹੋ, ਇਹਦੇ ਆਸ਼ੇ ਅਨੁਸਾਰ ਚੱਲੋ, ਬਾਣੀ ਨਾ ਪੜ੍ਹਨੀ ਛੱਡੋ। ਇਸ ਕਰਕੇ ਤੁਹਾਡੇ ਪਾਪ ਖਤਮ ਹੋ ਜਾਣਗੇ, ਨਾਸ ਹੋ ਜਾਣਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਬੜੇ ਬਾਕਮਾਲ ਬਚਨ ਲਿਖੇ ਹੋਏ ਹਨ। ਮਹਾਰਾਜ ਨੇ ਬੀਬੀ ਵੀਰੋ ਨੂੰ ਆਖਿਆ, ਸੁਣ ਬੀਬੀ, ਮੈਂ ਤੁਝੇ ਸੁਣਾਊਂ ਪਤ ਕੀ ਮਹਿਮਾ ਕਹਿ ਤਕ ਗਾਊਂ। ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੈ ਸਭ ਨਿਫਲੀ। ਗੁਰੂ ਜਨ ਕੀ ਇੱਜ਼ਤ ਬਹੁ ਕਰਨੀ, ਸਾਂਸ ਸੇਵ ਰਿਦ ਮਾਹੇ ਸੋ ਧਰਨੀ। ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ। ਕੁਲ ਕੀ ਬਾਤ ਚਿਤ ਮੈਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ। ਭਾਵ ਕਿ ਖੋਟੀ ਸੰਗਤ ਨਹੀਂ ਕਰਨੀ। ਇਹ ਗੁਰਮੁਖਾਂ ਵਾਸਤੇ ਵੀ ਉਪਦੇਸ਼ ਹੈ, ਬਾਣੀ ਪੜ੍ਹਨ ਵਾਲਿਆਂ ਵਾਸਤੇ। ਅਤੇ ਬਾਣੀ ਤੇ ਪੜ੍ਹਨੀ ਹੈ, ਕਦੇ ਖੋਟੀ ਸੰਗਤ ਤੋਂ ਵੀ ਬਚ ਕੇ ਰਹਿਣਾ ਹੈ, ਨਹੀਂ ਤਾਂ ਕੀਤਾ ਹੋਇਆ ਜਪ ਤਪ ਚੰਗਿਆਈਆਂ ਨਾਸ ਹੋ ਜਾਣਗੀਆਂ। ਪ੍ਰਾਤੈ ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਹੀਓ। ਇਸ ਤਰ੍ਹਾਂ ਸਵੇਰੇ ਉੱਠੀ ਪੁੱਤਰ, ਅਤੇ ਉੱਠ ਕੇ ਮੁਖ ਤੋਂ ਬਾਣੀ ਪੜ੍ਹੀ। ਪੁਨਾ ਔਰ ਵਿਵਹਾਰ ਜੋ ਹੋਈ, ਭਲੇ ਸੰਭਾਲੋ ਨੀਕੇ ਸੋਈ। ਸਵੇਰੇ ਉੱਠ ਕੇ ਇਸ਼ਨਾਨ ਕਰੀ, ਬਾਣੀ ਪੜ੍ਹੀ, ਅਤੇ ਫਿਰ ਬਾਕੀ ਦੇ ਜਿਹੜੇ ਕਾਰ ਵਿਹਾਰ ਨੇ ਫਿਰ ਕਰਨੇ।
ਇਹ ਬਾਣੀ ਦੇ ਪ੍ਰਤੀ ਗੁਰੂ ਸਾਹਿਬ ਨੇ ਉਪਦੇਸ਼ ਬੀਬੀ ਵੀਰ ਨੂੰ ਵੀ ਦਿੱਤਾ ਸੀ ਕਿ ਬੇਟੀ ਬਾਣੀ ਨਹੀਂ ਵਿਸਾਰਨੀ। ਜਿਵੇਂ ਸਾਧ ਸੰਗਤ ਮੱਛੀ ਵਾਸਤੇ ਪਾਣੀ ਅਤੇ ਸਿੱਖ ਵਾਸਤੇ ਬਾਣੀ ਹੈ, ਇਸੇ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜੇ ਨਿਤਨੇਮ ਤੋਂ ਬਿਨਾਂ ਹੈ ਤਾਂ ਸਮਝੋ ਉਹ ਸਿੱਖ ਨਹੀਂ। ਬਾਣੀ ਦਾ ਆਸਰਾ ਦ੍ਰਿੜ ਕਰਾਇਆ ਹੈ ਕਿ ਬਾਣੀ ਦਾ ਆਸਰਾ ਲੈ ਕੇ ਹੀ ਆਤਮਾ ਨੂੰ ਪਰਮਾਤਮਾ ਤੱਕ ਪਹੁੰਚਾਇਆ ਜਾ ਸਕਦਾ ਹੈ। ਗੁਰਬਾਣੀ ਦੇ ਤਾਂ ਸਾਧ ਸੰਗਤ ਨਿਤਨੇਮ, ਅਸੀਂ ਤਾਂ ਬਹਾਨਾ ਲੱਭਦੇ ਹਾਂ ਵੀ ਕੋਈ ਨਿਤਨੇਮ ਛੱਡਣ ਦਾ ਬਹਾਨਾ ਮਿਲੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬੜੀ ਵਾਰੀ ਸਾਧ ਸੰਗਤ ਇਤਿਹਾਸ ਸੁਣਿਆ ਸਾਨੇ। ਸਰਸਾ ਨਦੀ ਦੇ ਉੱਤੇ ਪਿੱਛੋਂ ਦੁਸ਼ਮਣ ਚੜ੍ਹ ਕੇ ਆਇਆ ਹੈ, ਉੱਧਰੋਂ ਸਰਸਾ ਚੜ੍ਹੀ ਪਈ ਹੈ। ਪਰਿਵਾਰ ਪਤਾ ਨਹੀਂ ਕਿੱਧਰ ਕਿੱਧਰ ਖੇਰੂ ਖੇਰੂ ਹੋਣ ਲੱਗਾ ਹੈ। ਦੁਨੀਆ ਭਰ ਦੀ ਨਿਗਾਹ ਦੇ ਵਿੱਚ ਦੁਨੀਆ ਦੇ ਲੋਕਾਂ ਦੇ ਅਨੁਸਾਰ ਬੜੀ ਭਾਰੀ ਵਿਪਤਾ ਹੈ। ਪਰ ਗੁਰੂ ਨੇ ਆਖਿਆ, ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਹੈ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ, ਬਾਣੀ ਗਾਓ, ਬਾਣੀ ਪੜ੍ਹੋ, ਬਾਣੀ ਸੁਣਾਓ। ਬਾਣੀ ਨੂੰ ਕਿੰਨਾ ਗੁਰੂ ਸਾਹਿਬ ਨੇ ਪਹਿਲ ਦਿੱਤੀ ਹੈ, ਕਿੰਨਾ ਸਤਿਕਾਰ ਕੀਤਾ ਹੈ, ਉਹਨਾਂ ਦਾ ਜੀਵਨ ਪੜ੍ਹੀਏ ਤਾਂ ਪਤਾ ਲੱਗਦਾ। ਸੋ ਇਸ ਕਰਕੇ ਸਾਧ ਸੰਗਤ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ। ਬਾਣੀ ਨੂੰ ਨਹੀਂ ਛੱਡਣਾ, ਬਾਣੀ ਦ੍ਰਿੜ ਕਰਾਈ ਹੈ। ਬਾਣੀ ਜੀਵਨ ਜਾਚ ਦੱਸਦੀ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ। ਬਾਣੀ ਪੜ੍ਹੀ ਜਾਓ, ਦੁਨੀਆ ਦੀ ਐਸੀ ਕੋਈ ਗੱਲ ਨਹੀਂ ਜਿਹੜੀ ਬਾਣੀ ਵਿੱਚ ਨਾ ਲਿਖੀ ਹੋਵੇ। ਬਾਣੀ ਦੇ ਤੁਹਾਨੂੰ ਦੱਸੇਗੀ ਵੀ ਕਿਵੇਂ ਅੰਮ੍ਰਿਤ ਵੇਲੇ ਉੱਠਣਾ ਹੈ, ਕੀ ਖਾਣਾ ਹੈ, ਕੀ ਪਹਿਨਣਾ ਹੈ, ਕਿੰਨੇ ਵਜੇ ਸੌਣਾ ਹੈ, ਕੀ ਕੁਝ ਕਰਨਾ ਹੈ, ਕੀ ਨਹੀਂ ਕਰਨਾ, ਕਿਉਂਕਿ ਬਾਣੀ ਗੁਰੂ ਹੈ। ਬਾਣੀ ਪੜ੍ਹੋਗੇ ਤਾਂ ਬਚਨ ਆਉਂਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਵੀ ਹੋਰ ਖਾਣਾ ਨਾ ਖਾਓ ਉਹੋ ਜਿਹਾ ਜਿਹਦੇ ਨਾਲ ਵਿਕਾਰ ਪੈਦਾ ਹੋਣ। ਸੋ ਇਸ ਕਰਕੇ ਇਹ ਬਾਣੀ ਦੇ ਵਿੱਚੋਂ ਹੀ ਸਿੱਖਿਆ ਮਿਲਦੀ। ਬਾਣੀ ਨੂੰ ਪੜ੍ਹਾਂਗੇ ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਦੋਂ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਹਰੇਕ ਨੂੰ ਹਰੇਕ ਚੀਜ਼ ਕੋਈ ਨਾ ਕੋਈ ਪਿਆਰੀ ਹੁੰਦੀ ਹੈ, ਤੁਹਾਨੂੰ ਕੀ ਪਿਆਰਾ ਸਾਰਿਆਂ ਨਾਲੋਂ? ਮਹਾਰਾਜ ਤੁਹਾਡੇ ਮਨ ਨੂੰ ਕੀ ਪਿਆਰਾ ਲੱਗਦਾ ਹੈ? ਅਤੇ ਗੁਰੂ ਸਾਹਿਬ ਨੇ ਆਖਿਆ, ਵੈਸੇ ਤਾਂ ਮੈਨੂੰ ਗੁਰਸਿੱਖ ਬੜੇ ਪਿਆਰੇ ਨੇ, ਬਾਣੀ ਪੜ੍ਹਨ ਵਾਲੇ, ਪਰ ਜੇ ਮੈਨੂੰ ਪੁੱਛਦੇ ਹੋ ਪਹਿਲ ਦੇ ਆਧਾਰ 'ਤੇ ਮੈਨੂੰ ਕੀ ਪਿਆਰਾ ਹੈ, ਗੁਰਬਾਣੀ ਪਿਆਰੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਮਹਾਰਾਜ ਨੇ ਇੱਕ ਨਿਮਖ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਬਾਣੀ ਨਹੀਂ ਵਿਸਾਰੀ। ਮਹਾਰਾਜ ਨੇ ਆਖਿਆ, ਮੈਨੂੰ ਬੜੀ ਪਿਆਰੀ ਲੱਗਦੀ ਹੈ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰਤੀ ਕਰਤਾਰੀ ਰੇ। ਗੁਰੂ ਕੇ ਸਿੱਖੋ, ਜਿਹੜਾ ਬਾਣੀ ਨਾਲ ਪਿਆਰ ਕਰੇਗਾ, ਬਾਣੀ ਨੂੰ ਪੜ੍ਹੇਗਾ, ਇਹਨੂੰ 5 ਚੀਜ਼ਾਂ ਪ੍ਰਾਪਤ ਹੋਣਗੀਆਂ। ਗੁਰਬਾਣੀ ਵਿੱਚੋਂ ਦਰਸ਼ਨ ਹੋ ਜਾਣਗੇ, ਗੁਰੂ ਦੇ ਵੀ ਦਰਸ਼ਨ ਹੋਣਗੇ ਅਤੇ ਅਕਾਲ ਪੁਰਖ ਦੇ ਵੀ ਦਰਸ਼ਨ ਹੋਣਗੇ। ਇਸੇ ਤਰ੍ਹਾਂ ਪਰਸਨ, ਇਸੇ ਤਰ੍ਹਾਂ ਸਪਰਸ਼ ਹੋਵੇਗੀ। ਮਨ ਨੂੰ ਜਿਵੇਂ ਪਾਰਸ ਕਿਸੇ ਧਾਤ ਨਾਲ ਛੋਹ ਜਾਵੇ ਤਾਂ ਸੋਨਾ ਬਣਾ ਦਿੰਦਾ ਹੈ, ਤੁਹਾਡੇ ਹਿਰਦੇ ਨਾਲ ਛੋਹ ਗਈ, ਤੁਹਾਨੂੰ ਕੰਚਨ ਬਣਾ ਦੇਵੇਗੀ, ਸੁੱਧ ਕੰਚਨ। ਖੋਟਿਓਂ ਖਰਿਆਂ ਬਣਾ ਦੇਵੇਗੀ। ਸਤਿਗੁਰੂ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨਹਾਰ। ਅਤੇ ਤੀਸਰਾ ਜੋ ਹੈ ਸਰਸਣ, ਭਾਵ ਤੁਹਾਨੂੰ ਰਸ ਦੇ ਨਾਲ ਭਰ ਦੇਵੇਗੀ। ਅਤੇ ਹਰਸਣ ਦਾ ਮਤਲਬ ਹੈ ਹਰਖ, ਤੁਹਾਡੇ ਅੰਦਰ ਆਨੰਦ ਪੈਦਾ ਕਰ ਦੇਵੇਗੀ, ਜਿਹੜੇ ਆਨੰਦ ਨੂੰ ਲੱਭਦੇ ਫਿਰਦੇ ਹੋ। ਅਤੇ ਰੰਗ ਰਤੀ ਕਰਤਾਰੀ ਰੇ, ਆਪ ਵੀ ਰੰਗ ਵਿੱਚ ਰੰਗੀ ਹੋਈ ਹੈ ਅਤੇ ਤੁਹਾਨੂੰ ਵਾਹਿਗੁਰੂ ਦੇ ਰੰਗ ਵਿੱਚ ਰੰਗ ਦੇਵੇਗੀ। ਇੰਨੀ ਸਮਰੱਥਾ ਹੈ ਬਾਣੀ ਦੇ ਵਿੱਚ। ਇਹ ਉਪਦੇਸ਼ ਹੈ ਸਾਧ ਸੰਗਤ ਸਿੱਖ ਵਾਸਤੇ, ਜਿਸ ਨੇ ਆਤਮਾ ਅਤੇ ਪ੍ਰਮਾਤਮਾ ਨੂੰ ਮਿਲਾਉਣਾ ਹੈ। ਇਹ ਪਹਿਲੜੀ ਲਾਭ ਦੇ ਵਿੱਚ ਗੁਰੂ ਸਾਹਿਬ ਨੇ ਇਹ ਉਪਦੇਸ਼ ਦਿੱਤਾ ਹੈ ਵੀ ਬਾਣੀ ਦਾ ਆਸਰਾ ਲੈਣਾ ਹੈ। ਪਹਿਲੇ ਨੰਬਰ 'ਤੇ ਗੁਰੂ ਸਾਹਿਬ ਨੇ ਆਖਿਆ ਹੈ, ਪ੍ਰਵਿਰਤੀ ਕਰਮ ਦ੍ਰਿੜ ਕਰਾਇਆ ਹੈ ਮਹਾਰਾਜ ਨੇ। ਦੂਸਰੇ ਨੰਬਰ 'ਤੇ ਗੁਰੂ ਸਾਹਿਬ ਨੇ ਬਾਣੀ ਦਾ ਆਸਰਾ ਲੈਣ ਦਾ ਹਦਾਇਤ ਦਿੱਤੀ ਹੈ, ਹੁਕਮ ਕੀਤਾ ਹੈ। ਅਤੇ ਇਹਦੇ ਨਾਲ ਧਰਮ ਦੀ ਸਮਝ ਪਵੇਗੀ, ਅਤੇ ਧਰਮ ਦੀ ਜਦੋਂ ਸਮਝ ਆ ਗਈ, ਫਿਰ ਅਧਰਮ ਖਤਮ ਹੋ ਜਾਵੇਗਾ। ਅਧਰਮ ਦਾ ਮਤਲਬ ਹੈ ਪਾਪ, ਕਲੇਸ਼, ਦੁੱਖ, ਵਿਸ਼ੇ, ਵਿਕਾਰ, ਇਹ ਸਭ ਨਾਸ ਹੋ ਜਾਂਦੇ ਹਨ।
ਜਿੱਦਣ ਧਰਮ ਦੀ ਸਮਝ ਆ ਜਾਵੇ, ਬੰਦਾ ਧਰਮੀ ਬਣ ਜਾਵੇ, ਉਦਣ ਪਾਪ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਸੋ ਸਾਧ ਸੰਗਤ, ਇੰਨੀ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਹੈ। ਅਗਲੇ ਭਾਗ ਦੇ ਵਿੱਚ ਧਰਮ ਦੇ ਬਾਰੇ ਸਮਝਾਂਗੇ, ਧਰਮ ਕੀ ਹੈ। ਰਹਿੰਦੇ ਹੋਏ ਸ਼ਬਦ ਦੀ ਵਿਆਖਿਆ ਆਪ ਜੀ ਅਗਲੇ ਭਾਗ ਦੇ ਵਿੱਚ ਸਰਵਣ ਕਰੋਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ, ਗੁਰੂ ਸਾਹਿਬ ਦੇ ਪ੍ਰੇਮ ਅਤੇ ਭਾਵ ਦੇ ਵਿੱਚ ਵਿਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।